ਪ੍ਰਾਈਮ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇੱਕ ਖਾਸ ਮੁਲਾਕਾਤ। ਮੈਂ ਹਾਂ ਜੀ ਸੁਖਜੀਤ ਸੁਖ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਗੁਰਲੀਨ ਕੌਰ ਜੀ ਦੇ ਨਾਲ, ਜੋ ਕਿ ਇੰਸ਼ੋਰੈਂਸ ਤੇ ਮੌਰਗੇਜ ਐਡਵਾਈਜ਼ਰ ਨੇ ਤੇ ਫਾਈਨੈਂਸ਼ੀਅਲ ਕੰਡਕਟ ਅਥਾਰਟੀ ਰੈਗੂਲੇਟਡ ਨੇ। ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਜਾਣਦੇ ਹਾਂ ਇੱਕ ਜੇ ਆਪਾਂ ਘਰ ਬਾਏ ਕਰਨਾ ਤੇ ਉਹਦੇ ਲਈ ਕੀ ਆਪਣੀਆਂ ਰਿਕੁਆਇਰਮੈਂਟਸ ਹੋਣੀਆਂ ਚਾਹੀਦੀਆਂ ਨੇ। ਗੁਰਲੀਨ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬੀ ਟੀਵੀ ਤੇ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਥੈਂਕ ਯੂ। ਮੈਂ ਫਸਟ ਟਾਈਮ ਬਾਇਰ ਹਾਂ ਜੀ, ਮੈਂ ਘਰ ਬਾਏ ਕਰਨਾ ਤੇ ਮੇਰਾ ਫਸਟ ਸਟੈਪ ਕੀ ਹੋਣਾ ਚਾਹੀਦਾ? ਦੇਖੋ ਜੀ, ਅਗਰ ਤੁਸੀਂ ਫਸਟ ਟਾਈਮ ਬਾਇਰ ਹੈ ਤਾਂ ਪਹਿਲੀ ਕੰਡੀਸ਼ਨ ਇਹ ਹੈ ਕਿ ਤੁਹਾਡੀ ਨੈਸ਼ਨੈਲਿਟੀ ਕੀ ਹੈ, ਠੀਕ ਹੈ। ਫਿਰ ਦੂਸਰਾ ਇਹ ਹੈ ਕਿ ਤੁਹਾਡੀ ਏਜ ਕਿੰਨੀ ਕੁ ਹੈ, ਠੀਕ ਹੈ। ਤੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਇਹ ਦੇਖਦੇ ਹਾਂ ਕਿ ਤੁਹਾਡੇ ਕੋਲ ਡਿਪੋਜ਼ਿਟ ਕਿੰਨਾ ਹੈ, ਠੀਕ ਹੈ। ਤੁਸੀਂ ਕਿੰਨੇ ਦੀ ਪ੍ਰੋਪਰਟੀ ਪਰਚੇਸ ਕਰਨਾ ਚਾਹੁੰਦੇ ਹੋ, ਠੀਕ ਹੈ। ਤੇ ਫੋਰ ਐਗਜ਼ਾਮਪਲ ਤੁਹਾਡੀ ਇਨਕਮ ਕਿੰਨੀ ਹੈ, ਠੀਕ ਹੈ। ਤਾਂ ਤੁਹਾਡੀ ਅਫੋਰਡੇਬਿਲਿਟੀ ਕਿੰਨੀ ਬਣਦੀ ਹੈ। ਅਫੋਰਡੇਬਿਲਿਟੀ ਮੀਨਸ ਕਿ ਤੁਹਾਡੀ ਇਨਕਮ ਤੁਹਾਡੀ ਮੀਟ ਕਰ ਰਹੀ ਹੈ ਜਿੰਨਾ ਤੁਸੀਂ ਲੋਨ ਚੱਕਣਾ ਹੈ, ਮਤਲਬ ਜਿੰਨੇ ਦੀ ਤੁਸੀਂ ਮੌਰਗੇਜ ਚੱਕਣੀ ਹੈ, ਠੀਕ ਹੈ। ਉਹ ਇੱਕ ਸੈੱਟ ਅਮਾਊਂਟ ਹੀ ਹੈ। ਲੋਕੀ ਕਹਿ ਦਿੰਦੇ ਆ ਕਿ ਵੀ ਹਾਂਜੀ ਅਸੀਂ 10% LTV ਮੀਨਸ ਲੋਨ ਟੂ ਵੈਲਿਊ ਰੇਸ਼ੋ, ਠੀਕ ਹੈ। ਅਸੀਂ ਜ਼ਿਆਦਾ ਡਿਪੋਜ਼ਿਟ ਨਹੀਂ ਪਾਉਣਾ, ਸਾਨੂੰ 5% ਤੇ ਫਲਾਣਾ ਏਜੰਟ ਕਹਿੰਦਾ ਮੈਨੂੰ 5% ਤੇ ਚਾਹੀਦਾ, ਠੀਕ ਹੈ। ਬਟ ਅਗਰ ਤੁਹਾਡੀ ਅਫੋਰਡੇਬਿਲਿਟੀ, ਤੁਹਾਡੀ ਇਨਕਮ ਹੀ ਨਹੀਂ ਤੁਹਾਡੀ ਲੋਨ ਅਮਾਊਂਟ ਨੂੰ ਮੀਟ ਕਰਦੀ, ਠੀਕ ਹੈ, ਤੁਸੀਂ 5% ਨਾਲ ਨਹੀਂ ਜਾ ਸਕਦੇ, ਠੀਕ ਹੈ। ਸੋ ਇਹ ਚੀਜ਼ ਸਾਨੂੰ ਅਸੈਸ ਕਰਨੀ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਡੀ ਅਫੋਰਡੇਬਿਲਿਟੀ ਕਿੰਨੀ ਬਣਦੀ ਹੈ। ਨੋਰਮਲੀ ਜਿਹੜੇ ਲੈਂਡਰ ਹੁੰਦੇ ਆ, ਲੈਂਡਰ ਮੀਨ ਬੈਂਕਿੰਗ ਸੈਕਟਰ, ਬੈਂਕਸ, ਬਿਲਡਿੰਗ ਸੁਸਾਇਟੀਜ਼, ਠੀਕ ਹੈ। ਇਹ ਦੇਖਦੇ ਆ ਕਿ ਲਾਈਕ ਜਿੰਨੀ ਤੁਹਾਡੀ ਇਨਕਮ ਹੈ, ਲਾਈਕ ਜੁਆਇੰਟ ਇਨਕਮ, ਲਾਈਕ ਇਫ ਯੂ ਆਰ, ਅਗਰ ਤੁਸੀਂ ਜੁਆਇੰਟ ਜਾਣਾ ਚਾਹੁੰਦੇ ਹੋ ਤੁਸੀਂ ਤੇ ਤੁਹਾਡੀ ਵਾਈਫ ਦੇ ਨਾਲ, ਠੀਕ ਹੈ। ਜੁਆਇੰਟ ਇਨਕਮ ਦਾ ਮਲਟੀਪਲ ਹੁੰਦਾ ਕੁਛ ਲਾਈਕ 4 times, 4.5 times, 5 times, ਬਟ ਇਟ ਟੋਟਲੀ ਡਿਪੈਂਡਸ ਕਿ ਤੁਹਾਡੀ ਇਨਕਮ ਕਿੰਨੀ ਹੈ, ਠੀਕ ਹੈ। 50,000 ਹੈ, 50,000 ਤੋਂ ਉੱਪਰ ਹੈ, 40,000 ਹੈ ਐਨੂਅਲ ਇਨਕਮ। ਸੋ ਇਟ ਆਲ ਡਿਪੈਂਡਸ ਅਪੋਨ ਦੈਟ। ਦੂਸਰਾ ਇਹ ਵੀ ਚੀਜ਼ ਡਿਪੈਂਡ ਕਰਦੀ ਹੈ ਕਿ ਲਾਈਕ ਉਹ ਕਿੰਨਾ, ਲਾਈਕ ਤੁਸੀਂ ਆਪਾਂ ਕਹਿੰਦੇ ਆ ਕਿ ਮੈਂ ਓਵਰ ਟਾਈਮ ਲਾ ਲਿਆ ਜੀ, ਮੈਂ ਇੰਨਾ ਮੇਰਾ ਬੋਨਸ ਹੈ, ਠੀਕ ਹੈ। ਤਾਂ ਸਾਰੇ ਦੇ ਸਾਰੇ ਲੈਂਡਰਸ ਓਵਰ ਟਾਈਮ, ਬੋਨਸ, ਕਮਿਸ਼ਨ ਨੂੰ 100% ਇਨਕਮ ਨਹੀਂ ਕਾਊਂਟ ਕਰਦੇ ਹੈਗੇ। ਕੁਝ ਸਪੈਸੀਫਿਕ ਲੈਂਡਰਸ ਹੈ, ਕੁਝ ਮਾਰਕੀਟ 'ਚ ਘੱਟ ਹੀ ਲੈਂਡਰਸ ਹੈ ਜਿਹੜੇ ਕਿ ਬੋਨਸ ਨੂੰ, ਓਵਰ ਟਾਈਮ ਨੂੰ, ਕਮਿਸ਼ਨ ਨੂੰ, ਠੀਕ ਹੈ, ਤੇ ਇਹਨਾਂ ਨੂੰ 100% ਇਨਕਮ ਕਾਊਂਟ ਕਰਦੇ ਆ। ਫਿਰ ਇਹ ਵੀ ਦੇਖਿਆ ਜਾਂਦਾ ਹੈ ਕਿ ਮਤਲਬ ਜਿਹੜਾ ਤੁਸੀਂ ਬੋਨਸਿਸ ਤੋਂ, ਕਮਿਸ਼ਨ ਤੋਂ ਜਾਂ ਓਵਰ ਟਾਈਮ ਤੋਂ ਜਿਹੜਾ ਤੁਸੀਂ ਅਰਨ ਕਰ ਰਹੇ ਹੋ ਉਹ ਤੁਹਾਡੀ ਬੇਸਿਕ ਤੋਂ ਅਪ ਨਾ ਜਾਵੇ, ਠੀਕ ਹੈ। ਤੇ ਅਗਰ ਫੋਰ ਐਗਜ਼ਾਮਪਲ ਤੁਹਾਡੀ ਬੇਸਿਕ ਪੇ ਐਨੂਅਲ ਇਨਕਮ ਸਿਰਫ 15,000 ਹੈ, ਤੁਸੀਂ ਓਵਰ ਟਾਈਮ ਲਗਾ ਲਏ ਜੀ, ਠੀਕ ਹੈ, ਤੁਸੀਂ ਹਫਤੇ ਦੇ 100 ਘੰਟੇ ਲਗਾ ਲਏ ਤੇ ਉਹਨਾਂ ਤੋਂ ਤੁਸੀਂ ਇਨਕਮ ਲੈ ਲਈ ਹੈ ਜੀ 30,000, ਤਾਂ ਉਹਨਾਂ ਨੇ ਉੱਥੇ ਫਿਰ ਕੈਪ ਲੱਗ ਜਾਂਦੀ ਹੈ ਕਿ ਅਸੀਂ ਇੰਨੀ ਹੀ ਲਵਾਂਗੇ। ਸੋ ਇਹਦੇ ਕਰਕੇ ਇਹ ਸਾਰੀਆਂ ਅਫੋਰਡੇਬਿਲਿਟੀ ਡਿਪੈਂਡਿੰਗ ਅਪੋਨ ਦੈਟ ਕ੍ਰਾਈਟੀਰੀਆ ਤੇ ਆਪਾਂ ਕਲਾਇੰਟ ਨੂੰ ਦੱਸੀ ਰਿਹਾ ਕਿ ਵੀ ਹਾਂਜੀ ਤੁਸੀਂ ਇੰਨੇ ਦਾ ਘਰ, ਤੁਹਾਨੂੰ ਬੈਂਕ ਇੰਨਾ ਲੈਂਡ ਕਰ ਸਕਦੀ ਹੈ। ਉਸ ਤੋਂ ਉੱਪਰ ਜਿੰਨਾ ਕਲਾਇੰਟ ਆਪਣਾ ਪਾਉਂਦਾ ਲਾਈਕ 20%, 30%, ਠੀਕ ਹੈ, ਉਹ ਉਹਦਾ ਡਿਪੋਜ਼ਿਟ ਹੈ। ਡਿਪੋਜ਼ਿਟ ਵੀ ਇੱਦਾਂ ਕਿ ਉਹਦਾ ਆਪਣੀਆਂ ਰੈਗੂਲਰ ਸੇਵਿੰਗਸ 'ਚੋਂ ਹੋਣੀਆਂ ਚਾਹੀਦੀਆਂ ਜਾਂ ਫਸਟ ਫੈਮਿਲੀ ਮੈਂਬਰ ਲਾਈਕ ਮਦਰ, ਫਾਦਰ, ਬ੍ਰਦਰ, ਸਿਸਟਰ, ਠੀਕ ਹੈ। ਇਹ ਚੀਜ਼ ਉਹਨਾਂ ਨੂੰ ਸਪੋਂਸਰ ਕਰ ਸਕਦੇ ਆ। ਬਟ ਉਹ ਇੱਦਾਂ ਨਾ ਹੋਵੇ ਕਿ ਵੀ ਹਾਂਜੀ ਮੈਂ ਫਲਾਣੇ ਫਰੈਂਡ ਤੋਂ, ਤੁਸੀਂ ਮੇਰੇ ਕੋਲ ਕਲਾਇੰਟ ਆਉਂਦਾ, ਉਹ ਮੈਨੂੰ ਕਹਿੰਦਾ ਦੱਸੋ ਤੁਹਾਨੂੰ ਕਿੰਨਾ ਡਿਪੋਜ਼ਿਟ ਚਾਹੀਦਾ, ਮੈਂ ਇੰਨੇ ਦਾ 3.5 ਦਾ ਘਰ ਲੈਣਾ, ਠੀਕ ਹੈ, ਮੇਰੀ ਇਨਕਮ ਇੰਨੀ ਬਣਦੀ ਹੈ, ਤਾਂ ਮੈਂ ਫਲਾਣੇ ਫਰੈਂਡ ਤੋਂ ਫੜ ਲੂੰਗਾ, ਮੈਂ ਤਿਮਕੇ ਤੋਂ ਫੜ ਲੂੰਗਾ, ਮੇਰੀ ਭੂਆ ਹੈ, ਮੇਰਾ ਫੁੱਫੜ ਹੈ ਜੀ, ਉਹ ਦੇ ਦੂੰਗਾ। ਬਟ ਉਹ ਨਹੀਂ ਅਸੈਪਟ ਕਰਦੇ, ਸਾਰੇ ਦੇ ਸਾਰੇ ਲੈਂਡਰਸ ਇਹ ਚੀਜ਼ ਨਹੀਂ ਅਸੈਪਟ ਕਰਦੇ। ਫਰੈਂਡ ਤੋਂ ਫੜਿਆ ਡਿਪੋਜ਼ਿਟ ਇਹ ਆਲਵੇਜ਼ ਕੁਐਸਚਨ ਮਾਰਕ ਹੁੰਦਾ, ਠੀਕ ਹੈ, ਤੇ ਉੱਥੇ ਲੈਂਡਰ ਹੈਪੀ ਨਹੀਂ ਹੁੰਦਾ, ਠੀਕ ਹੈ। ਤੇ ਇਸ ਕਰਕੇ ਇਹ ਚੀਜ਼ ਨੂੰ ਬਹੁਤ ਇੰਪੋਰਟੈਂਟਲੀ ਦੇਖਣਾ ਸਾਨੂੰ ਪੈਂਦਾ ਹੈ ਕਿ ਹਾਂਜੀ ਇਹ ਚੀਜ਼ ਕਿੱਦਾਂ ਹੈ। ਫਿਰ ਇਹ ਵੀ ਚੀਜ਼ ਹੈ ਜਿਵੇਂ ਬੰਦੇ ਦਾ ਕ੍ਰੈਡਿਟ ਸਕੋਰ, ਉਹਦਾ ਕ੍ਰੈਡਿਟ ਸਕੋਰ ਕਿੰਨਾ ਹੈ, ਠੀਕ ਹੈ। ਸਾਡੇ ਕੋਲ ਆਉਂਦੇ ਉਹ ਕਹਿੰਦੇ ਜੀ ਹਾਂਜੀ ਅਸੀਂ ਤਾਂ ਕਦੇ ਕੁਛ ਨਹੀਂ ਕੀਤਾ, ਕ੍ਰੈਡਿਟ ਸਕੋਰ ਸਾਡਾ ਚੰਗਾ ਹੀ ਹੈ, ਅਸੀਂ ਸਾਰੀਆਂ ਪੇਮੈਂਟਸ ਫੁੱਲ 'ਤੇ ਕੀਤੀਆਂ। ਬਟ ਜਦੋਂ ਅਸੀਂ ਉਹਨਾਂ ਦੀ ਕ੍ਰੈਡਿਟ ਰਿਪੋਰਟ ਖੋਲ੍ਹ ਕੇ ਦੇਖਦੇ ਹਾਂ, ਕ੍ਰੈਡਿਟ ਹਿਸਟਰੀ ਖੋਲ੍ਹ ਕੇ ਦੇਖਦੇ ਹਾਂ, ਉਹ ਪਤਾ ਲੱਗਦਾ ਹੈ ਕਿ ਇੰਨੀ ਤਰੀਕ ਨੂੰ ਉਹਨੇ ਇੰਨੇ ਸਾਲ 'ਚ ਕੋਈ ਮਿਸ ਪੇਮੈਂਟ ਸੀਗੀ। ਸਮਟਾਈਮਸ ਕੁਝ ਕ੍ਰੈਡਿਟ ਏਜੰਸੀਜ਼ ਵੱਲੋਂ ਵੀ ਬਲੰਡਰ ਹੁੰਦਾ। ਲਾਈਕ ਰੀਸੈਂਟਲੀ ਮੇਰੇ ਕੋਲ ਇੱਕ ਕਲਾਇੰਟ ਆਇਆ, ਠੀਕ ਹੈ, ਉਹਦਾ ਨਾਮ
ਹੁਣ ਫੋਰ ਐਗਜ਼ਾਮਪਲ ਜੋ ਵੀ ਉਹਦਾ ਨਾਮ ਸੀਗਾ ਆਈ ਕੈਨਟ ਡਿਸਕਲੋਜ਼ ਹਾਂਜੀ, ਹਾਂਜੀ। ਠੀਕ ਹੈ ਨਾ, ਜੋ ਵੀ ਉਹਦਾ ਨਾਮ ਸੀਗਾ ਉਸੇ ਨਾਮ ਦਾ ਯੂਕੇ ਦੇ ਵਿੱਚ ਕੋਈ ਹੋਰ ਬੰਦਾ ਸੀਗਾ, ਉਹਦੀ ਕ੍ਰੈਡਿਟ ਹਿਸਟਰੀ ਨਾਲ ਲਾਈਕ ਦੇ Link ਹੋ ਗਈ। ਹਾਂ ਲਿੰਕ ਕਰ ਦਿੱਤੀ ਉਹਨਾਂ ਨੇ। ਇਹ ਫਾਲਟ ਸੀ, ਬਹੁਤ ਵੱਡਾ ਫਾਲਟ ਸੀਗਾ ਇਹ ਕ੍ਰੈਡਿਟ ਏਜੰਸੀ ਦਾ। ਤੇ ਉਸ ਲੇਡੀ ਨੇ ਦੈਨ ਰੇਜ਼ ਦਾ ਡਿਸਪਿਊਟ, ਉਹ ਡਿਸਪਿਊਟ ਓਪਨ ਕੀਤਾ ਕ੍ਰੈਡਿਟ ਏਜੰਸੀ ਨਾਲ, ਠੀਕ ਹੈ। ਬਟ ਇਹ ਸਾਰੀਆਂ ਚੀਜ਼ਾਂ ਹੈਰਾਸਮੈਂਟ ਹੋ ਜਾਂਦੀਆਂ, ਹਾਂਜੀ। ਠੀਕ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਹੀ ਸਾਨੂੰ ਪਤਾ ਲੱਗਦਾ ਹੈ ਕਿ ਵੀ ਹਾਂਜੀ ਅਸੀਂ ਕਿੰਨਾ ਕੁ ਕਲਾਇੰਟ ਅਫੋਰਡ ਕਰ ਸਕਦਾ ਹੈ, ਕੀ ਉਹਦੇ ਸਰਕਮਸਟੈਂਸਿਸ ਹੈ, ਕੀ ਉਹਦੀਆਂ ਨੀਡਸ ਹੈ, ਕੀ ਉਹਦੀਆਂ ਡਿਮਾਂਡਸ ਹੈ, ਦੈਨ ਓਨਲੀ ਵੀ ਕੈਨ ਸੁਜੈਸਟ ਅਕੋਰਡਿੰਗਲੀ। ਤੇ ਇੱਕ ਚੀਜ਼ ਹੋਰ ਜਿੱਦਾਂ ਇਹ ਕਿੱਦਾਂ ਇਸ ਚੀਜ਼ ਨੂੰ ਆਪਾਂ ਕੈਲਕੂਲੇਟ ਕਰ ਸਕਦੇ ਵੀ ਆਪਾਂ ਕਿੰਨੀ ਮੌਰਗੇਜ ਦੇ ਲਈ ਅਪਲਾਈ ਕਰਨਾ? ਜਿੱਦਾਂ ਕਈ ਬ੍ਰੋਕਰ ਦੇ ਥਰੂ ਨਹੀਂ ਜਾਂਦੇ ਜਾਂ ਘਰੋਂ ਹੀ ਬੈਠੇ ਖੁਦ ਟਰਾਈ ਕਰਦੇ ਨੇ, ਫਿਰ ਕਿਤੇ ਨਾ ਕਿਤੇ ਜੇ ਮੌਰਗੇਜ ਉਹਨਾਂ ਦੇ ਰਿਫਿਊਜ਼ ਹੁੰਦੀ ਹੈ ਤਾਂ ਓਬਵੀਅਸਲੀ ਉਹਨਾਂ ਦੇ ਕ੍ਰੈਡਿਟ ਸਕੋਰ ਤੇ ਇਫੈਕਟ ਹੁੰਦਾ ਉਸ ਚੀਜ਼ ਦਾ। ਉਹ ਕਿਸ ਤਰ੍ਹਾਂ ਉਸ ਚੀਜ਼ ਨੂੰ ਕੈਲਕੂਲੇਟ ਕਰਨ ਵੀ ਕਿੰਨੀ ਮੌਰਗੇਜ ਲਈ ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ? ਜਿੱਦਾਂ ਤੁਸੀਂ ਦੱਸਿਆ ਵੀ ਓਵਰ ਟਾਈਮ ਉਹ ਵਿੱਚ ਕੈਲਕੂਲੇਟ ਕਰ ਲੈਂਦੇ ਆ, ਲੇਕਿਨ ਜਿਹੜੇ ਲੈਂਡਰਸ ਹੁੰਦੇ ਆ ਉਸ ਨੂੰ ਪਰਮਾਨੈਂਟ ਇਨਕਮ ਨਹੀਂ ਮੰਨਦੇ। ਐਗਜ਼ੈਕਟਲੀ। ਐਕਚੁਅਲੀ ਜੇ ਤੁਸੀਂ ਇੱਕ ਕਲਾਇੰਟ ਦੇ ਨਜ਼ਰੀਏ ਨਾਲ ਦੇਖੋ, ਠੀਕ ਹੈ, ਮੈਂ ਸੋਚਾਂ ਕਿ ਮੈਂ ਘਰ ਲੈਣਾ ਹੈ, ਠੀਕ ਹੈ, ਤੇ ਮੈਂ ਬਜਾਏ ਕਿਸੇ ਮੌਰਗੇਜ ਐਡਵਾਈਜ਼ਰ ਨੂੰ ਅਪਰੋਚ ਕਰਨ ਦੇ ਮੈਂ ਡਾਇਰੈਕਟਲੀ ਬੈਂਕ ਨੂੰ ਅਪਰੋਚ ਕਰ ਲੈਂਦੀ ਹਾਂ। ਬਟ ਐਜ਼ ਅ ਲੇਮੈਨ ਮੈਨੂੰ ਨਹੀਂ ਪਤਾ ਉਹ ਬੈਂਕ ਦਾ ਕ੍ਰਾਈਟੇਰੀਆ ਕੀ ਹੈ, ਠੀਕ ਹੈ, ਕਿਉਂਕਿ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ, ਅਸੀਂ ਨਿਊ ਟੂ ਮਾਰਕੀਟ ਹੈ। ਇਹ ਸਿਰਫ ਕੁਝ ਸਪੈਸ਼ਲਾਈਜ਼ਡ ਲਾਈਕ ਮੈਂ ਜਿਵੇਂ ਮੌਰਗੇਜ ਐਡਵਾਈਜ਼ਰ ਹੈ, ਮੈਨੂੰ ਪਤਾ ਹੈ ਕਿ ਫਲਾਣੀ ਬੈਂਕ ਹੈ, ਇਹਦੀਆਂ ਨੀਡਸ ਕੀ ਹੈ, ਇਹ ਕਿੱਦਾਂ ਦਾ ਕਲਾਇੰਟ ਅਸੈਪਟ ਕਰੂਗੀ, ਠੀਕ ਹੈ, ਇਹ ਓਵਰ ਟਾਈਮ ਅਸੈਪਟ ਕਰੂਗੀ ਕਿ ਨਹੀਂ ਕਰੂਗੀ, ਠੀਕ ਹੈ। ਤੇ ਬਟ ਕਲਾਇੰਟ ਨੂੰ ਨਹੀਂ ਪਤਾ ਹੁੰਦਾ, ਉਹ ਬੈਂਕ ਜਾਂਦਾ ਹੈ, ਬੈਂਕ 'ਚ ਉੱਥੇ ਇੱਕ ਰਿਪਰੈਜ਼ੈਂਟੇਟਿਵ ਹੁੰਦੇ ਆ ਔਨ ਦਾ ਜਿਹੜੇ ਮਤਲਬ ਲਾਈਕ ਦੇ ਆਰ ਨਾਟ ਦਾ ਸਪੈਸ਼ਲਾਈਜ਼ਡ ਮੌਰਗੇਜ ਬ੍ਰੋਕਰਸ, ਠੀਕ ਹੈ। ਉਹ ਉਹਨਾਂ ਨੂੰ ਦੱਸਦਾ ਹੈ ਕਿ ਹਾਂਜੀ ਮੇਰਾ ਇੰਨਾ ਮੇਰੀ ਇਨਕਮ ਇੰਨੀ ਹੈ, ਮੇਰੇ ਕੋਲ ਇੰਨਾ ਡਿਪੋਜ਼ਿਟ ਹੈ। ਦੇ ਵਰਬਲੀ ਕਮਿਊਨੀਕੇਟ ਵਿਦ ਈਚ ਅਦਰ। ਜਦੋਂ ਉਹ ਵਰਬਲੀ ਕਮਿਊਨੀਕੇਸ਼ਨ ਹੁੰਦੀ ਆ, ਉਹਨਾਂ ਨੂੰ ਕਹਿੰਦੇ ਆ ਕਿ ਹਾਂਜੀ ਜੀ ਤੁਹਾਡੀ ਇੰਨੇ ਦੀ ਅਫੋਰਡੇਬਿਲਿਟੀ ਬਣਦੀ ਹੈ ਤੇ ਆ ਲਓ ਫੜੋ ਜੀ ਮੌਰਗੇਜ ਇਨ ਪ੍ਰਿੰਸੀਪਲ। ਉਹ ਮੌਰਗੇਜ ਇਨ ਪ੍ਰਿੰਸੀਪਲ ਦੀ ਐਕਚੁਅਲੀ ਦੇ ਵਿੱਚ ਕੋਈ ਵੈਲਿਊ ਨਹੀਂ ਹੁੰਦੀ ਹੈਗੀ, ਠੀਕ ਹੈ। ਐਕਚੁਅਲੀ ਜਦੋਂ ਚੈੱਕ ਵੱਜਦਾ ਹੈ ਉਹਦੇ, ਠੀਕ ਹੈ, ਉਦੋਂ ਹੀ ਉਹਨੂੰ ਪਤਾ ਲੱਗਦਾ ਹੈ, ਬੈਂਕ ਉਦੋਂ ਹੀ ਡਿਸਾਈਡ ਕਰਦੀ ਆ। ਆਪਾਂ ਇੱਦਾਂ ਨਹੀਂ ਕਹਿ ਸਕਦੇ ਕਿ ਵੀ ਹਾਂਜੀ ਮੇਰੇ ਕੋਲ ਕਲਾਇੰਟ ਆਉਂਦਾ ਮੈਨੂੰ ਮੌਰਗੇਜ ਇਨ ਪ੍ਰਿੰਸੀਪਲ ਦੇ ਦਿਓ, ਮੇਰਾ ਐਸਟੇਟ ਏਜੰਟ ਤਾਂ ਹੀ ਅਸੈਪਟ ਕਰਦਾ ਹੈ, ਅਦਰਵਾਈਜ਼ ਮੈਨੂੰ ਵਿਊ ਨਹੀਂ ਕਰਨ ਦਿੰਦਾ। ਮੌਰਗੇਜ ਇਨ ਪ੍ਰਿੰਸੀਪਲ ਹਰ ਇੱਕ ਲੋਕਾਂ ਦਾ ਮਤਲਬ ਹਰ ਇੱਕ ਮੌਰਗੇਜ ਐਡਵਾਈਜ਼ਰ ਦਾ ਆਪਣਾ ਇੱਕ ਸਟ੍ਰੈਟਜੀ ਹੁੰਦੀ ਹੈ। ਮੇਰੀ ਸਟ੍ਰੈਟਜੀ ਇਹ ਹੈ ਕਿ ਮੈਂ ਪ੍ਰੋਪਰਟੀ ਦੇ ਅਗੇਂਸਟ ਮੌਰਗੇਜ ਇਨ ਪ੍ਰਿੰਸੀਪਲ ਕਢਵਾਉਂਦੀ ਹਾਂ, ਠੀਕ ਹੈ। ਨਾਟ ਵਰਬਲੀ ਕਮਿਊਨੀਕੇਸ਼ਨ, ਨਾਟ ਵਰਬਲੀ ਕਮਿਊਨੀਕੇਟ ਵਿਦ ਦ ਬੈਂਕ, ਤੇ ਬੈਂਕ ਨੂੰ ਇੱਦਾਂ ਕਹਿੰਦੀ ਹੈ ਕਿ ਵੀ ਹਾਂਜੀ ਇਹ ਮੇਰੇ ਕੋਲ ਕਲਾਇੰਟ ਹੈ, ਇਹ ਇੱਦਾਂ ਉਹਦੀਆਂ ਸਰਕਮਸਟੈਂਸਿਸ ਹੈ, ਤੇ ਮੌਰਗੇਜ ਇਨ ਪ੍ਰਿੰਸੀਪਲ ਉੱਦਾਂ ਨਹੀਂ ਨਿਕਲਦਾ ਜੀ, ਠੀਕ ਹੈ। ਤਾਂ ਉਹ ਚੀਜ਼ ਨੂੰ ਇਹ ਮਤਲਬ ਉਹ ਐਕਚੁਅਲੀ ਅਫੋਰਡੇਬਿਲਿਟੀ ਹੁੰਦੀ ਹੈ, ਕਲਾਇੰਟ ਦੀ ਅਫੋਰਡੇਬਿਲਿਟੀ ਹੁੰਦੀ ਹੈ ਜੋ ਬੈਂਕ ਦਿੰਦੀ ਹੈ। ਬਟ ਉਹਦੇ ਤੇ ਥੱਲੇ ਲਿਖਿਆ ਹੁੰਦਾ ਹੈ ਕਿ ਸਬਜੈਕਟ ਟੂ ਯੋਰ all the documents and credit score, ਜਿਹੜਾ ਕਿ ਉਹ ਨਹੀਂ ਇਗਨੋਰ ਕਰ ਦਿੰਦੇ। ਤੇ ਜਦੋਂ ਐਕਚੁਅਲੀ 'ਚ ਜਦੋਂ ਫਾਈਲ ਲੱਗਦੀ ਹੈ ਤਾਂ ਫਿਰ ਉਹਦੇ ਤੇ ਡਾਇਰੈਕਟ ਰਿਫਿਊਜ਼ਲ ਆਉਂਦੀ ਹੈ, ਬਿਕਾਜ਼ ਕਲਾਇੰਟ ਨੂੰ ਖੁਦ ਨਹੀਂ ਪਤਾ ਹੁੰਦਾ ਕਿ ਉਹਦੀ ਕ੍ਰੈਡਿਟ ਹਿਸਟਰੀ ਕੀ ਹੈ। ਸੋ ਮੇਰੀ ਸੁਜੈਸ਼ਨ ਇਹ ਹੈ, ਬਿਫੋਰ ਅਪਰੋਚਿੰਗ ਡਾਇਰੈਕਟਲੀ ਟੂ ਦ ਬੈਂਕ, ਦੇਰ ਆਰ ਮਾਰਕੀਟ 'ਚ ਬਹੁਤ ਸਾਰੇ ਮੌਰਗੇਜ ਐਡਵਾਈਜ਼ਰ, ਮੈਂ ਨਹੀਂ ਕਹਿੰਦੀ ਤੁਸੀਂ ਮੇਰੇ ਕੋਲ ਆਓ, ਠੀਕ ਹੈ, ਬਟ ਮਾਰਕੀਟ 'ਚ ਬਹੁਤ ਸਾਰੇ ਮੌਰਗੇਜ ਐਡਵਾਈਜ਼ਰਸ ਹੈ, ਈਵਨ ਬੈਂਕ ਤੇ ਵੀ ਮੌਰਗੇਜ ਐਡਵਾਈਜ਼ਰਸ ਹੈ। ਸਪੈਸ਼ਲੀ ਤੁਸੀਂ ਉਹਨਾਂ ਨਾਲ ਆਪਣੀ ਮਤਲਬ ਮੀਟਿੰਗ ਅਰੇਂਜ ਕਰਾਓ, ਠੀਕ ਹੈ, ਉਹ ਤੁਹਾਨੂੰ ਸੁਜੈਸਟ ਕਰਨਗੇ ਤੇ ਫਿਰ ਹੀ ਤੁਸੀਂ ਅਗਲੀ ਮਤਲਬ ਸਟੈਪ ਆਊਟ ਕਰੋ। ਅੱਛਾ ਗੁਰਲੀਨ ਜੀ, ਜਿੱਦਾਂ ਆਪਾਂ ਤੁਸੀਂ ਹੁਣ ਦੱਸਿਆ ਵੀ ਗੱਲ ਕੀਤੀ ਮੌਰਗੇਜ ਰਿਫਿਊਜ਼ਲ ਦੀ, ਹਾਂਜੀ, ਜੇ ਹੁਣ ਆਪਣੀ ਮੌਰਗੇਜ ਸਪੋਜ਼ ਰਿਫਿਊਜ਼ ਹੋ ਗਈ, ਹਾਂਜੀ, ਤਾਂ ਆਪਾਂ ਦੁਬਾਰਾ ਕਦੋਂ ਅਪਲਾਈ ਕਰ ਸਕਦੇ ਹਾਂ? ਤੇ ਉਹਦੇ ਲਈ ਡਾਕੂਮੈਂਟ ਦੀ ਰਿਕੁਆਇਰਮੈਂਟ ਡਿਫਰੈਂਟ ਹੋਏਗੀ ਕੁਛ, ਜਾਂ ਸੇਮ ਹੀ ਰਿਕੁਆਇਰਮੈਂਟ ਰਹੇਗੀ? ਤਾਂ ਉਹਦਾ ਜਿਹੜਾ ਟਾਈਮ ਪੀਰੀਅਡ ਹੋਏਗਾ ਉਹ ਕਿੰਨਾ ਹੋਏਗਾ ਵੀ ਕਦੋਂ ਆਪਾਂ ਰੀਅਪਲਾਈ ਕਰ ਸਕਦੇ ਹਾਂ ਉਸਨੂੰ? ਐਦਾਂ ਦਾ ਕੋਈ ਐਸਾ ਕੋਈ ਫਿਕਸ ਟਾਈਮ ਪੀਰੀਅਡ ਨਹੀਂ ਹੁੰਦਾ ਹੈਗਾ, ਤੁਸੀਂ ਭਾਵੇਂ ਅਗਲੇ ਦਿਨ ਅਪਲਾਈ ਕਰ ਲਓ, ਠੀਕ ਹੈ। ਬਟ ਇਹ ਦੇਖਣਾ ਜ਼ਰੂਰੀ ਹੈ ਕਿ ਤੁਹਾਡੀ ਰਿਫਿਊਜ਼ ਹੋਈ ਹੈ ਤਾਂ ਕਿਉਂ ਹੋਈ ਹੈ, ਠੀਕ ਹੈ। ਤੁਸੀਂ ਜਿਨ੍ਹਾਂ ਨੂੰ ਵੀ ਅਪਰੋਚ ਕਰੋਗੇ, ਮੌਰਗੇਜ ਐਡਵਾਈਜ਼ਰ ਨੂੰ ਅਪਰੋਚ ਕਰੋਗੇ ਜਾਂ ਡਾਇਰੈਕਟਲੀ ਬੈਂਕ ਕੋਲ ਜਾ ਕੇ, ਉਹ ਸਾਰਿਆਂ ਤੋਂ ਪਹਿਲਾ ਕੁਐਸਚਨ ਇਹ ਹੈ ਕਿ ਤੁਸੀਂ ਪੁੱਛਦੇ ਆ ਕਿ ਵੀ ਤੁਸੀਂ ਕਿਸੇ ਹੋਰ ਤੋਂ ਮਤਲਬ ਪਹਿਲਾਂ ਕਦੇ ਰਿਫਿਊਜ਼ਲ ਤਾਂ ਨਹੀਂ ਲਿੱਤੀ ਹੋਈ।
ਉਹ ਜਦੋਂ ਇਹ ਕੁਐਸਚਨ ਆਉਂਦਾ ਤਾਂ ਡੈਫੀਨੇਟਲੀ ਦੇ ਵਿਲ ਸੀ ਕਿ ਵੀ ਹਾਂਜੀ ਇਹਦੀ ਰਿਫਿਊਜ਼ਲ ਹੈ ਤਾਂ ਕਿਉਂ ਹੈ। ਫੋਰ ਐਗਜ਼ਾਮਪਲ ਉਹ ਕਿਸੇ ਬੰਦੇ ਦੀ CCJ ਹੈ, CCJ ਮੀਨਸ ਕਾਊਂਟੀ ਕੋਰਟ ਜਜਮੈਂਟ, ਠੀਕ ਹੈ, ਕੋਈ 100 ਪਾਉਂਡ ਦੀ ਕੋਈ ਟਿਕਟ ਹੈ ਜੀ, ਮਤਲਬ ਪਾਰਕਿੰਗ ਦੀ ਟਿਕਟ ਹੈ, ਉਹਦਾ ਕਾਊਂਟੀ ਕੋਰਟ ਜਜਮੈਂਟ ਹੋਈ ਹੈ, ਸੈਟਲ ਵੀ ਨਹੀਂ ਕੀਤੀ ਉਹਨੇ, ਸੈਟਲ ਮੀਨਸ ਉਹਨੇ ਨਹੀਂ ਚੁਕਾਇਆ ਹੈਗਾ, 5 ਸਾਲ ਤੋਂ ਇੱਦਾਂ ਹੀ ਤੁਰੀ ਆ ਰਹੀ ਹੈ। ਉਹ ਮਤਲਬ ਹਾਈ ਸਟਰੀਟ ਲੈਂਡਰਸ ਕੋਲ ਗਿਆ, ਲਾਈਕ ਬਾਕਲੇਸ ਕੋਲ ਗਿਆ, HSBC ਕੋਲ ਗਿਆ, ਦੇ ਵੋਂਟ ਅਸੈਪਟ ਇਟ ਟੂ ਬੀ ਓਨੈਸਟਲੀ, ਠੀਕ ਹੈ। ਉਹਨਾਂ ਦਾ ਕਿਉਂਕਿ ਕ੍ਰਾਈਟੇਰੀਆ ਹੈ ਹੀ ਨਹੀਂ ਕਿ ਮਤਲਬ ਇਹ ਚੀਜ਼ ਨੂੰ ਅਸੈਪਟ ਕਰਨਾ, ਠੀਕ ਹੈ। ਅਸੀਂ ਸਾਡੇ ਕੋਲ ਆਉਂਦਾ ਹੈ ਤਾਂ ਕਿਸੇ ਮੌਰਗੇਜ ਐਡਵਾਈਜ਼ਰ ਨੂੰ ਅਪਰੋਚ ਕਰਦਾ ਤਾਂ ਅਸੀਂ ਇਹ ਦੇਖਦੇ ਹਾਂ ਕਿ ਉਹਦੀ ਮੌਰਗੇਜ ਰਿਫਿਊਜ਼ ਅਗਰ ਇਸ ਕਰਕੇ ਹੋਈ ਹੈ ਤਾਂ ਅਸੀਂ ਉਹਦੀ ਐਪਲੀਕੇਸ਼ਨ ਉਹਦੇ ਹੀ ਅਕੋਰਡਿੰਗਲੀ ਕਿਸੇ ਹੋਰ ਬੈਂਕ 'ਚ ਪਾਵਾਂਗੇ, ਕਿਸੇ ਹੋਰ ਬਿਲਡਿੰਗ ਸੁਸਾਇਟੀ 'ਚ ਪਾਵਾਂਗੇ, ਠੀਕ ਹੈ, ਜਿੱਥੇ ਕਿ ਮਤਲਬ ਇਹ ਚੀਜ਼ ਇਗਨੋਰ ਕੀਤੀ ਜਾਂਦੀ ਹੈ, ਠੀਕ ਹੈ। ਜਿਵੇਂ ਹੁਣ ਕੁਝ ਬੈਂਕ ਤੇ ਕੁਝ ਲੈਂਡਰਸ ਇੱਦਾਂ ਦੇ ਹੈ ਜਿਹੜੇ ਕਿ ਕ੍ਰੈਡਿਟ ਸਕੋਰ ਨਹੀਂ ਦੇਖਦੇ। ਡਜ਼ਨਟ ਮੈਟਰ ਤੁਹਾਡਾ ਕ੍ਰੈਡਿਟ ਸਕੋਰ ਪੂਅਰ ਹੈ, ਫੇਅਰ ਹੈ, ਗੁੱਡ ਹੈ, ਐਕਸੀਲੈਂਟ ਹੈ, ਠੀਕ ਹੈ। ਕੁਝ ਲੈਂਡਰਸ ਇੱਦਾਂ ਦੇ ਆ ਜਿਹੜਾ ਕਿ ਇਹੀ ਚੀਜ਼ ਨੂੰ ਓਬਜ਼ਰਵ ਕਰਦੇ ਆ ਕਿ ਤੁਹਾਡਾ ਕ੍ਰੈਡਿਟ ਸਕੋਰ ਗੁੱਡ ਹੋਣਾ ਹੀ ਚਾਹੀਦਾ। ਜਿੰਨੇ ਹਾਈ ਸਟਰੀਟ ਲੈਂਡਰਸ ਹੈ, ਬਾਕਲੇਸ ਹੈ, ਸੈਂਟੈਂਡਰ ਹੈ, ਹੈਲੀਫੈਕਸ ਹੈ, HSBC ਹੈ, ਦੇ ਆਲ ਸੀ ਦਿਸ ਥਿੰਗ ਕਿ ਵੀ ਹਾਂਜੀ ਤੁਹਾਡਾ ਕ੍ਰੈਡਿਟ ਸਕੋਰ ਗੁੱਡ ਹੀ ਹੋਣਾ ਚਾਹੀਦਾ, ਦੈਨ ਓਨਲੀ ਵੀ ਵਿਲ ਅਸੈਪਟ ਯੋਰ ਐਪਲੀਕੇਸ਼ਨ। ਕੁਝ ਆਫ ਸਟਰੀਟ ਲੈਂਡਰਸ ਹੈ, ਜਿਵੇਂ ਤੁਸੀਂ ਸੁਣਿਆ ਨਹੀਂ ਹੋਏਗਾ, ਲੀਕ ਬਿਲਡਿੰਗ ਸੁਸਾਇਟੀ ਹੈ, ਠੀਕ ਹੈ, ਲੀਕ ਯੂਨਾਈਟਿਡ ਬਿਲਡਿੰਗ ਸੁਸਾਇਟੀ, ਇਹ ਕ੍ਰੈਡਿਟ ਸਕੋਰ ਨੂੰ ਇਗਨੋਰ ਕਰ ਦਿੰਦੀ ਹੈ। ਬਟ ਇਹਨਾਂ ਦੇ ਹੋਰ ਕ੍ਰਾਈਟੇਰੀਆਜ਼ ਹੈਗੇ ਆ ਕਿ ਮਤਲਬ ਦੇ ਵਿਲ ਸੀ ਕਿ ਵੀ ਹਾਂਜੀ ਇਹ ਚੀਜ਼ ਹੈ ਤਾਂ ਕਿਉਂ ਹੈ, ਠੀਕ ਹੈ। ਮਤਲਬ ਮਿਸਡ ਪੇਮੈਂਟ ਹੈ, ਕ੍ਰੈਡਿਟ ਸਕੋਰ ਪੂਅਰ ਹੈ ਤਾਂ ਮਿਸਡ ਪੇਮੈਂਟ ਕਰਕੇ ਹੈ, ਕਾਊਂਟੀ ਕੋਰਟ ਜਜਮੈਂਟ ਹੈ। ਹਾਂ ਕੁਝ ਲੀਗਲ ਓਬਲੀਗੇਸ਼ਨ ਅਗਰ ਹੋਵੇ ਲਾਈਕ ਬੈਂਕਰਪਸੀ, ਉਹ ਤਾਂ ਬੰਦਾ ਨਹੀਂ ਕਰ ਸਕਦਾ ਹੈਗਾ ਵਿਦਿਨ 12 ਮੰਥਸ, ਠੀਕ ਹੈ, ਜਦ ਤੱਕ ਉਹਦੀ ਬੈਂਕਰਪਸੀ ਹਟਦੀ ਨਹੀਂ ਹੈਗੀ। ਤੇ ਬਟ ਕੁਝ ਜਿਵੇਂ ਲਾਈਕ ਮਿਸਡ ਪੇਮੈਂਟਸ ਹੈ, ਕਾਊਂਟੀ ਕੋਰਟ ਜਜਮੈਂਟਸ ਹੈ, ਕੁਝ ਏਰੀਅਰ ਖੜਿਆ ਹੈ, 2 ਮਹੀਨੇ ਉਹਨੇ ਨਹੀਂ ਬਿੱਲ ਚੁਕਾਇਆ, ਉਹ ਚੀਜ਼ਾਂ ਇਗਨੋਰ ਹੋ ਸਕਦੀਆਂ, ਕੁਝ ਬਿਲਡਿੰਗ ਸੁਸਾਇਟੀਜ਼ ਜਾਂ ਕੁਝ ਬੈਂਕਸ ਇਗਨੋਰ ਕਰ ਦਿੰਦੀਆਂ, ਠੀਕ ਹੈ। ਤੇ ਜਿਹੜੇ ਕ੍ਰੈਡਿਟ ਕਾਰਡਸ ਹੁੰਦੇ ਆਪਣੇ, ਹਾਂਜੀ, ਉਹ ਕਿੰਨਾ ਕੁ ਅਫੈਕਟ ਕਰਦੇ ਮੌਰਗੇਜ ਤੇ? ਡੈਫੀਨੇਟਲੀ ਉਹ ਅਫੈਕਟ ਕਰਦੇ। ਜਦੋਂ ਤੁਸੀਂ ਕ੍ਰੈਡਿਟ ਰਿਪੋਰਟ ਆਪਣੀ ਕੱਢਦੇ ਹੋ, ਦੇਰ ਆਰ ਸੋ ਮੈਨੀ ਕ੍ਰੈਡਿਟ ਏਜੰਸੀਜ਼ ਲਾਈਕ ਐਕਸਪੀਰੀਅਨ ਹੈ, ਇਕੁਫਿਕਸ ਹੈ, ਟ੍ਰਾਂਸ ਯੂਨੀਅਨ ਹੈ, ਕਾਲ ਕ੍ਰੈਡਿਟ ਹੈ। ਸੋ ਇਹ ਚੀਜ਼ ਜਦੋਂ ਤੁਸੀਂ ਕਦੇ ਵੀ ਲੋਨ ਮੌਰਗੇਜ ਅਪਲਾਈ ਕਰਨੀ ਹੈ, ਸੋ ਮੇਰਾ ਪਹਿਲਾ ਸਟੈਪ ਇਹੀ ਹੁੰਦਾ ਹੈ ਕਿ ਤੁਸੀਂ ਆਪਣੀ ਕ੍ਰੈਡਿਟ ਰਿਪੋਰਟ ਦੇਖੋ, ਠੀਕ ਹੈ। ਚੈੱਕ ਮਾਈ ਫਾਈਲ ਕਰਕੇ ਇੱਕ ਮਤਲਬ ਇਹ 3 ਕ੍ਰੈਡਿਟ ਏਜੰਸੀਜ਼ ਦੀ ਕੰਬਾਈਨਡ ਰਿਪੋਰਟ ਕੱਢਦੀ ਹੈ, ਲਾਈਕ ਇਕੁਫਿਕਸ, ਐਕਸਪੀਰੀਅਨ ਐਂਡ ਟ੍ਰਾਂਸ ਯੂਨੀਅਨ ਦੀ, ਠੀਕ ਹੈ। ਉਹ ਤੁਹਾਨੂੰ ਤਿੰਨਾਂ ਦੀ ਕੰਬਾਈਨਡ ਰਿਪੋਰਟ ਆ ਜਾਂਦੀ ਹੈ ਕਿ ਹਾਂਜੀ ਮੇਰਾ ਇਹਦੇ ਵਿੱਚ ਕੀ ਕੋਈ ਪ੍ਰੋਬਲਮ ਹੈ ਤਾਂ ਕਿਉਂ ਹੈ। ਉਹਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ ਜੀ, ਤੁਸੀਂ ਇਸ ਮਹੀਨੇ ਇਸ ਤਰੀਕ ਨੂੰ ਬਿੱਲ ਨਹੀਂ ਦਿੱਤਾ, ਇਸ ਮਹੀਨੇ ਦੀ ਏਰੀਅਰ ਸੀਗਾ, 2 ਮਹੀਨੇ ਤੁਹਾਡੀਆਂ ਮਿਸਡ ਪੇਮੈਂਟ ਸੀਗੀਆਂ, ਸੋ ਦੈਟਸ ਵਾਈ ਤੁਹਾਡਾ ਕ੍ਰੈਡਿਟ ਸਕੋਰ ਡਾਊਨ ਹੈ ਜਾਂ ਇਹ ਚੀਜ਼ ਹੈ, ਠੀਕ ਹੈ। ਸੋ ਉਹ ਚੀਜ਼ ਦੇਖਣੀ ਜ਼ਿਆਦਾ ਜ਼ਰੂਰੀ ਹੈ। ਹੈਲਪਿੰਗ ਟੂ ਬਾਏ ਹਾਊਸ ਜਿਹੜਾ 5% ਡਿਪੋਜ਼ਿਟ, ਹਾਂਜੀ, ਹੈਲਪ ਟੂ ਬਾਏ ਹਾਊਸ 5% ਡਿਪੋਜ਼ਿਟ, ਉਸ ਬਾਰੇ ਸਾਨੂੰ ਪਲੀਜ਼ ਦੱਸੋ। ਹੈਲਪ ਟੂ ਬਾਏ ਡਿਪੋਜ਼ਿਟ ਇਹ ਗਵਰਨਮੈਂਟ ਦੀ ਸਕੀਮ ਹੈ ਜੀ, ਠੀਕ ਹੈ। ਜਿਹੜੇ ਫਸਟ ਟਾਈਮ ਬਾਇਰਸ ਹੈ ਇਹ ਉਹਨਾਂ ਤੇ ਹੈ, ਲਾਈਕ ਜਿਹੜੇ ਨਿਊਲੀ ਬਿਲਡ ਘਰ ਹੈਗੇ ਆ, ਇਹ ਜਿਹੜੇ ਡਿਵੈਲਪਰ ਹੁੰਦੇ ਆ ਉਹ ਕੁਝ ਘਰ ਆਪਣੇ ਹੈਲਪ ਟੂ ਬਾਏ ਸਕੀਮ 'ਚ ਰੱਖਦੇ ਆ। ਉਹਦੇ ਵਿੱਚ ਕੀ ਹੁੰਦਾ ਕਿ ਅਗਰ ਆਪਾਂ ਲੰਡਨ ਦਾ ਮੰਨ ਲਓ, ਇਨਰ ਲੰਡਨ ਦਾ, ਠੀਕ ਹੈ, ਲੰਡਨ ਦੇ ਵਿੱਚ 40% ਗਵਰਨਮੈਂਟ ਪਹਿਲੇ 5 ਸਾਲ ਤੁਹਾਨੂੰ ਨਹੀਂ ਉਹਦੇ ਤੇ ਲੋਨ, ਮਤਲਬ ਗਵਰਨਮੈਂਟ ਲੋਨ ਦੇਗੀ, ਬਟ ਉਹਦੇ ਪਹਿਲੇ 5 ਸਾਲ ਤੁਹਾਨੂੰ ਕੋਈ ਕਿਸ਼ਤ ਦੇਣ ਦੀ ਲੋੜ ਨਹੀਂ ਹੈਗੀ। ਬਟ 6ਵੇਂ ਸਾਲ ਤੋਂ ਉਹ ਕਿਸ਼ਤ ਦੇਣੀ ਸ਼ੁਰੂ ਹੋ ਜਾਏਗੀ, ਮਤਲਬ ਕਿਸ਼ਤ ਲੱਗਣੀ ਸ਼ੁਰੂ ਹੋ ਜਾਏਗੀ। ਉਹਦੇ ਵਿੱਚ ਫਿਰ 6ਵੇਂ ਸਾਲ 'ਚ ਤੁਹਾਡੇ ਕੋਲ ਇੱਕ ਆਪਸ਼ਨ ਇਹ ਵੀ ਹੈ ਕਿ ਅਗਰ ਤੁਸੀਂ ਉਹ ਜਿੰਨਾ ਤੁਸੀਂ ਗਵਰਨਮੈਂਟ ਨੇ ਤੁਹਾਨੂੰ ਸਪੋਰਟ ਕੀਤਾ ਸੀਗਾ ਕਿ ਤੁਸੀਂ ਉਹਦੇ 'ਚੋਂ ਕੁਝ ਪੇ ਆਫ ਵੀ ਕਰਨਾ ਤਾਂ ਵੀ ਕਰ ਸਕਦੇ ਹੋ, ਸਾਰਾ ਪੇ ਆਫ ਵੀ ਕਰ ਸਕਦੇ ਹੋ, ਠੀਕ ਹੈ। ਬਟ ਅਗਰ ਤੁਸੀਂ ਨਹੀਂ ਪੇ ਆਫ ਕਰਦੇ ਤਾਂ ਉਹਦੇ ਤੇ ਉਹਨਾਂ ਨੇ ਇੰਟਰਸਟ ਬਣਾਉਣਾ ਸ਼ੁਰੂ ਕਰ ਦੇਣਾ ਗਵਰਨਮੈਂਟ ਨੇ। ਬਾਕੀ 5% ਤੁਹਾਡਾ ਡਿਪੋਜ਼ਿਟ ਹੈ ਤੇ ਰੈਸਟ ਆਫ ਦਾ ਜਿਹੜਾ ਹੈਗਾ ਲਾਈਕ 55% ਉਹ ਤੁਸੀਂ ਉਹਦੇ ਤੇ ਲੋਨ ਹੋ ਜਾਏਗਾ। ਔਰ ਇਹੀ ਜੇ ਆਪਾਂ ਆਊਟਰ ਲੰਡਨ ਜਾਂ ਰੈਸਟ ਆਫ ਦਾ UK ਦੀ ਗੱਲ ਕਰੀਏ, ਇਹੀ ਚੀਜ਼ 20% ਰਹਿ ਜਾਂਦੀ ਹੈ।
ਬਸ ਇਹੀ ਚੀਜ਼ ਹੈ ਜੀ ਹੈਡ ਟੂ। ਤੇ ਜੇ ਆਪਾਂ ਨੈਸ਼ਨੈਲਿਟੀ ਦੀ ਆਪਣੇ ਗੱਲ ਹੋਈ ਸੀ ਸਟਾਰਟਿੰਗ ਆਫ ਟੌਪਿਕ ਤੇ, ਹਾਂਜੀ ਜਿਹੜੇ ਜਿਨ੍ਹਾਂ ਨੂੰ ਜਿਹੜੇ ਵੀਜ਼ੇ ਤੇ ਆ ਜਾਂ ਜਿਹੜੇ ਇੱਥੇ ਚਾਈਲਡ ਤੇ ਪੱਕੇ ਹੋਏ ਆ ਬੱਚਿਆਂ ਦੇ ਸਿਰ ਤੇ ਪੱਕੇ ਹੋਏ ਜਿਨ੍ਹਾਂ ਦੇ ਕੋਲ 2.5 ਸਾਲ ਦਾ ਵੀਜ਼ਾ, ਉਹ ਵੀ ਘਰ ਲੈ ਸਕਦੇ ਨੇ? ਘਰੋਂ ਲੈ ਸਕਦੇ ਆ, ਠੀਕ ਹੈ, ਬਟ ਉਹਨਾਂ 'ਚ ਉਹੀ ਹੈ ਕਿ ਜਿਵੇਂ ਅਗਰ ਤੁਹਾਡੇ ਕੋਲ ਪਰਮਾਨੈਂਟ ਰੈਜ਼ੀਡੈਂਸੀ ਹੈ ਯੂਕੇ ਦੀ, ਇਨਡੈਫੀਨੇਟ ਹੈ, ਤਾਂ ਤੁਹਾਡੇ ਕੋਲ ਓਪਨ ਆਪਸ਼ਨ ਹੈ, ਠੀਕ ਹੈ, ਤੁਹਾਨੂੰ ਹਰ ਕੋਈ ਲੈਂਡਰ ਹੱਸ ਕੇ ਅਸੈਪਟ ਕਰ ਲੇਗਾ। ਬਟ ਜਦੋਂ ਆਪਾਂ ਕਹਿੰਦੇ ਆ ਕਿ ਸਾਡੇ ਕੋਲ ਵੀਜ਼ਾ ਹੈ ਫॉर द ਲਿਮਿਟਿਡ ਟਾਈਮ ਪੀਰੀਅਡ, ਠੀਕ ਹੈ, ਉਹਦੇ ਵਿੱਚ ਕੰਡੀਸ਼ਨ ਲੱਗ ਜਾਂਦੀ ਹੈ। ਬਹੁਤ ਥੋੜੇ ਲੈਂਡਰਸ ਹੈ, ਠੀਕ ਹੈ, ਜਿਹੜੇ ਕਿ ਇਹ ਚੀਜ਼ ਨੂੰ ਅਸੈਪਟ ਕਰਦੇ ਆ। ਮੋਸਟ ਆਫ ਦ ਲੈਂਡਰਸ ਇਹ ਚੀਜ਼ ਨੂੰ ਮਤਲਬ ਨਹੀਂ ਕਰਦੇ ਅਸੈਪਟ, ਠੀਕ ਹੈ। ਉਹ ਕਹਿੰਦੇ ਆ ਕਿ ਤੁਹਾਡੇ ਕੋਲ ਪਰਮਾਨੈਂਟ ਰੈਜ਼ੀਡੈਂਸੀ ਜਾਂ ILR ਮਤਲਬ ਉਹੀ ਇਹ ਚੀਜ਼ ਹੋਵੇ, ਠੀਕ ਹੈ। ਕੁਝ ਅਸੈਪਟ ਕਰਦੇ ਆ, ਬਟ ਉਹ ਕਹਿੰਦੇ ਆ ਕਿ ਤੁਸੀਂ 25% ਡਿਪੋਜ਼ਿਟ ਪਾਓ। like HSBC, Santander, Nationwide, they are accepting, but they say कि भी हाँ जी तुसी 25% डिपॉजिट पाओ, ठीक है। कुछ ਇੱਦਾਂ ਦੇ ਲੈਂਡਰਸ ਹੈ ਲਾਈਕ ਬਾਰਕਲੇਜ਼ ਹੈ, ਹੈਲੀਫੈਕਸ ਹੈ, ਠੀਕ ਹੈ, ਇਹ ਐਕਸੈਪਟ ਕਰਦੇ ਆ। ਬਟ ਇਹਨਾਂ ਨੇ ਵੀ ਆਪਣੀਆਂ ਕੁਝ ਕੰਡੀਸ਼ਨਸ ਰੱਖੀਆਂ ਹੋਈਆਂ ਕਿ ਐਟਲੀਸਟ 3 ਇਅਰਸ ਦੀ ਰੈਜ਼ੀਡੈਂਸੀ ਤਾਂ ਆਲਮੋਸਟ ਸਾਰੇ ਦੇਖਦੇ ਆ, ਠੀਕ ਹੈ ਜੀ, ਮਤਲਬ ਲਿਵਿੰਗ ਐਂਡ ਵਰਕਿੰਗ ਹਿਸਟਰੀ, ਠੀਕ ਹੈ। ਤੇ ਇਹ ਚੀਜ਼ ਤਾਂ ਹੋਣੀ ਹੀ ਚਾਹੀਦੀ ਹੈ। ਤੇ ਬਾਕੀ ਇਹਨਾਂ ਦੇ ਆਪਣੇ ਜਿਵੇਂ ਕੁਝ ਕ੍ਰਾਈਟੇਰੀਆਜ਼ ਹੈ। ਅਗਰ ਤੁਹਾਡਾ ਕਲਾਇੰਟ ਮਤਲਬ ਅਗਰ ਜੇ ਕੋਈ ਹੈਗਾ, ਅਗਰ ਉਸ ਕ੍ਰਾਈਟੇਰੀਆ ਦੇ ਵਿੱਚ ਫਿੱਟ ਪੈਂਦਾ, ਦੈਨ ਓਨਲੀ ਵੀ ਵਿਲ ਪ੍ਰੋਸੀਡ ਹਿਸ ਐਪਲੀਕੇਸ਼ਨ। ਤੇ ਜਿਹੜੇ EMPLOYEES ਆ ਤੇ ਜਾਂ ਜਿਹੜੇ ਸੈਲਫ EMPLOYEES ਆ, ਕਿੰਨਾ ਕੁ ਜਿਹੜੇ EMPLOYEES ਲਈ ਈਜ਼ੀ ਹੈਗਾ ਤੇ ਸੈਲਫ EMPLOYEES ਲਈ ਈਜ਼ੀ ਹੈਗਾ? ਕੀ ਡਾਕੂਮੈਂਟੇਸ਼ਨ ਉਹਨਾਂ ਦੀ ਰਿਕੁਆਇਰਮੈਂਟ? ਦੋਨਾਂ ਲਈ ਈਜ਼ੀ ਹੈ, ਇੱਦਾਂ ਦਾ ਕੋਈ ਉਹ ਨਹੀਂ ਹੈਗਾ। ਤੁਸੀਂ ਭਾਵੇਂ PAY ਤੇ ਜਾ ਸਕਦੇ ਹੋ, ਤੁਸੀਂ ਸੈਲਫ EMPLOYED ਹੋ ਸਕਦੇ ਹੋ। ਪਰ ਹਾਂਜੀ, ਸੈਲਫ EMPLOYED ਦੇ ਵਿੱਚ ਇੱਕ ਕੰਡੀਸ਼ਨ ਹੁੰਦੀ ਹੈ ਕਿ ਲਾਈਕ ਤੁਸੀਂ ਘੱਟੋ ਘੱਟ 2 ਇਅਰਸ ਦੇ ਮਿਨੀਮਮ 2 ਇਅਰਸ ਦੇ ਅਕਾਊਂਟਸ ਐਵਰੇਜ ਆਫ ਚਾਹੀਦਾ। ਸੈਲਫ EMPLOYED 'ਚ ਵੀ 2 ਤਰ੍ਹਾਂ ਦੇ ਹੁੰਦੇ ਆ ਕਿ ਲਾਈਕ ਸੋਲ ਟਰੇਡਰ ਕੰਮ ਕਰ ਰਹੇ ਹੋ ਜਾਂ ਲਿਮਿਟਿਡ ਕੰਪਨੀ ਤੇ ਕੰਮ ਕਰ ਰਹੇ ਹੋ, ਠੀਕ ਹੈ। ਅਗਰ ਸੋਲ ਟਰੇਡਰ ਕੰਮ ਕਰ ਰਹੇ ਹੋ ਤਾਂ ਤੁਹਾਡਾ ਨੈਟ ਪ੍ਰੋਫਿਟ ਕਿੰਨਾ ਹੈ? ਨੈਟ ਪ੍ਰੋਫਿਟ ਆਫ ਪ੍ਰੀਵੀਅਸ ਲਾਸਟ 2 ਇਅਰਸ ਦਾ ਐਵਰੇਜ ਦੇਖਦੇ ਆ। ਮੋਸਟ ਆਫ ਦ ਲੈਂਡਰਸ ਇਹੀ ਦੇਖਦੇ ਆ, ਠੀਕ ਹੈ। ਤੇ ਬਹੁਤ ਥੋੜੇ ਲੈਂਡਰਸ ਇੱਦਾਂ ਹੈਗੇ ਜੋ ਤੁਹਾਨੂੰ ਸੈਲਫ ਇੰਪਲੋਇਮੈਂਟ ਤੇ 1 ਈਅਰ ਦੀ ਹਿਸਟਰੀ ਤੇ ਅਸੈਪਟ ਕਰ ਲੈਣ, ਬਟ ਮੋਸਟ ਆਫ ਦ ਲੈਂਡਰਸ ਨੈਟ ਪ੍ਰੋਫਿਟ ਆਫ ਲਾਸਟ 2 ਇਅਰਸ ਐਜ਼ ਅ ਸੋਲ ਟਰੇਡਰ। ਔਰ ਅਗਰ ਆਪਾਂ ਲਿਮਿਟਿਡ ਕੰਪਨੀ ਦੀ ਗੱਲ ਕਰੀਏ, ਲਿਮਿਟਿਡ ਕੰਪਨੀ ਦੇ ਵਿੱਚ ਵੀ ਇਹ ਚੀਜ਼ ਦੇਖਣੀ ਪਏਗੀ ਕਿ ਤੁਹਾਡਾ ਸ਼ੇਅਰ ਕਿੰਨਾ ਹੈ ਲਿਮਿਟਿਡ ਕੰਪਨੀ ਦੇ ਵਿੱਚ। 20% ਹੈ, 25% ਹੈ, ਜਾਂ ਤੁਸੀਂ ਫੁੱਲੀ ਓਨ ਕਰ ਰਹੇ ਹੋ, ਮਤਲਬ 100% ਸ਼ੇਅਰ ਹੈ। ਫॉर एग्जाम्पल कुछ ਲੈਂਡਰਸ ਇੱਦਾਂ ਦੇ ਹੈ ਕਿ ਉਹਨਾਂ ਦਾ ਕ੍ਰਾਈਟੇਰੀਆ ਹੈ ਕਿ ਅਗਰ 20 ਜਾਂ 25% ਸ਼ੇਅਰ ਹੈ ਤੁਹਾਡਾ ਲਿਮਿਟਿਡ ਕੰਪਨੀ ਦੇ ਵਿੱਚ, ਠੀਕ ਹੈ, ਤੇ ਤੁਸੀਂ ਡਿਵੀਡੈਂਡ ਨਹੀਂ ਲੈ ਰਹੇ, ਐਨੂਅਲ ਸੈਲਰੀ ਲੈ ਰਹੇ ਹੋ ਜਾਂ ਮੰਥਲੀ ਸੈਲਰੀ ਲੈ ਰਹੇ ਹੋ ਜਾਂ ਜੋ ਵੀ ਜਿੱਦਾਂ ਵੀ ਸੈਲਰੀ ਕਢਾਉਣ ਦਾ ਪ੍ਰੋਸੀਜਰ ਹੈ, ਮਤਲਬ ਉੱਦਾਂ ਤੁਸੀਂ ਸੈਲਰੀ ਲੈ ਰਹੇ ਹੋ, ਠੀਕ ਹੈ, ਤੇ ਉਹ ਫਿਰ ਤੁਹਾਨੂੰ ਐਜ਼ ਅ PAY ਕੰਸੀਡਰ ਕਰਦੇ ਆ। ਮਤਲਬ ਜਿਵੇਂ ਕੋਈ ਬੰਦਾ PAY ਤੇ ਹੈ, ਉਹ ਸੇਮ ਰੂਲ ਲਾਗੂ ਹੁੰਦੇ ਆ। ਬਟ ਅਗਰ ਤੁਹਾਡਾ ਸ਼ੇਅਰ ਕੰਪਨੀ ਦੇ ਵਿੱਚ ਲਾਈਕ 25 ਤੋਂ ਅਬਵ ਹੋ ਜਾਂਦਾ, 20 ਜਾਂ 25 ਤੋਂ ਅਬਵ, ਕੁਝ ਉਹ ਮੈਂ ਦੱਸਿਆ ਨਾ, ਕੁਝ 20 ਤੇ ਕੁਝ 25, ਇਹ ਇੱਦਾਂ ਦਾ ਕ੍ਰਾਈਟੇਰੀਆ, ਠੀਕ ਹੈ। ਤਾਂ ਫਿਰ ਉਹਨਾਂ ਨੇ ਉਹਦੇ ਤੇ ਸੈਲਫ ਇੰਪਲੋਇਮੈਂਟ ਦੇ ਰੂਲਸ ਲਾਗੂ ਹੁੰਦੇ ਆ। ਉਹਦੇ ਵਿੱਚ ਤੁਹਾਡੀਆਂ ਐਵਰੇਜ ਆਫ ਲਾਸਟ 2 ਇਅਰਸ ਜਿੰਨੀ ਸੈਲਰੀ ਹੈ ਤੇ ਜਿੰਨਾ ਤੁਸੀਂ ਡਿਵੀਡੈਂਡ ਕੱਟਿਆ, ਮਤਲਬ ਜੋ ਵੀ ਤੁਹਾਡਾ ਟੈਕਸੇਬਲ ਇਨਕਮ ਹੈ, ਠੀਕ ਹੈ, ਉਹਦੀ ਐਵਰੇਜ ਕਾਊਂਟ ਹੋਏਗੀ ਤੇ ਉਹਦੇ ਤੇ ਤੁਹਾਡੀ ਅਫੋਰਡੇਬਿਲਿਟੀ ਦੇਖਦੇ ਆ। ਕੋਈ ਸੈਲਫ ਇੰਪਲੋਈ ਆ ਜਾਂ ਕਿਸੇ ਦੀ ਕੋਈ ਕੰਪਨੀ ਆ, ਉਹਦੀ ਟਰਨਓਵਰ ਤਾਂ ਹੈ ਪਰ ਉਹ ਕੰਪਨੀ ਨੋ ਪ੍ਰੋਫਿਟ ਨੋ ਲਾਸ ਜਾ ਰਹੀ ਹੈ, ਸਮਝ ਲਓ ਵੀ ਦਾਣਾ ਪਾਣੀ ਚੱਲ ਰਿਹਾ ਉਹਨਾਂ ਦਾ, ਉਹਨਾਂ ਲਈ ਕਿੰਨਾ ਕੁ ਡਿਫਿਕਲਟ? ਉਹ ਡਿਫਿਕਲਟ ਹੈ ਕਿਉਂਕਿ ਟਰਨਓਵਰ ਤੇ ਨਹੀਂ ਗੇਮ ਪਲੇ ਹੁੰਦੀ ਹੈ ਜੀ। ਜਦੋਂ ਤੁਸੀਂ ਆਪਾਂ ਮੌਰਗੇਜ ਲੈਣੀ ਹੈ, ਆਪਾਂ ਮੰਨ ਲਈਏ ਟਰਨਓਵਰ ਤਾਂ ਹੁਣ ਕਹਿ ਦਿੰਦੇ ਆ ਕਿ ਵੀ ਹਾਂਜੀ 2 ਮਿਲੀਅਨ ਹੈ ਜਾਂ 1 ਮਿਲੀਅਨ ਹੈ, ਠੀਕ ਹੈ, ਬਟ ਅਗਰ ਨੈਟ ਪ੍ਰੋਫਿਟ ਹੀ ਨਹੀਂ ਹੈਗਾ, ਠੀਕ ਹੈ, ਫਿਰ ਉਹ ਕੰਸੀਡਰ ਨਹੀਂ ਹੋਣਾ ਹੈਗਾ, ਫਿਰ ਉਹਦੀ ਮਤਲਬ ਜ਼ੀਰੋ ਹੀ ਹੈ। ਹਾਂਜੀ ਓਕੇ ਜੀ, ਮੈਂ ਜਿੱਦਾਂ ਓਵਰਸੀਜ਼ ਤੋਂ ਆਇਆ, ਹਾਂਜੀ, ਕਿੰਨਾ ਟਾਈਮ ਪੀਰੀਅਡ ਚਾਹੀਦਾ ਵੀ ਮੈਂ ਆਪਣਾ ਘਰ ਇੱਥੇ ਬਾਏ ਕਰ ਸਕਾਂ? ਐਟਲੀਸਟ 3 ਇਅਰਸ ਦੀ ਰੈਜ਼ੀਡੈਂਸ ਹਿਸਟਰੀ ਤਾਂ ਤੁਹਾਨੂੰ ਚਾਹੀਦੀ ਹੈ ਯੂਕੇ ਦੀ। ਇਹ ਵੀ ਡਿਪੈਂਡ ਕਰਦਾ ਹੈ ਕਿ ਲਾਈਕ ਤੁਸੀਂ EU ਨੈਸ਼ਨਲ ਹੋ ਜਾਂ ਹੁਣ ਜਿਵੇਂ EU ਨੈਸ਼ਨਲ ਤੇ ਉਹੀ ਰੂਲਸ ਲੱਗਦੇ ਆ ਜ਼ਿਆਦਾਤਰ,
ਮਤਲਬ ਮੋਸਟ ਆਫ ਦ ਲੈਂਡਰਸ ਦੇ ਆਰ ਅਸੈਪਟਿੰਗ, ਦੇ ਆਰ ਟ੍ਰੀਟਿੰਗ ਐਜ਼ ਦ ਸੇਮ ਜਿਵੇਂ ਕਿ ਬ੍ਰਿਟਿਸ਼ ਨੈਸ਼ਨਲ ਹੈ, ਠੀਕ ਹੈ। ਬਟ ਕੁਝ ਲੈਂਡਰਸ ਇੱਦਾਂ ਦੇ ਆ ਜਿਹੜੇ EU ਨੈਸ਼ਨਲ 'ਤੇ ਵੀ ਜਿਨ੍ਹਾਂ ਦੇ ਰੂਲ ਲਗਾਏ ਹੋਏ ਆ ਕਿ ਵੀ ਹਾਂਜੀ ਅਸੀਂ ਉਹਨਾਂ ਦੀ ਵੀ 3 years UK ਹਿਸਟਰੀ ਹੋਣੀ ਚਾਹੀਦੀ ਹੈ, ਰੈਜ਼ੀਡੈਂਸ ਹਿਸਟਰੀ। ਪਰ ਮੋਸਟ ਆਫ ਦਾ ਇਹੀ ਹੈ ਕਿ ਘੱਟੋ ਘੱਟ 3 ਸਾਲ ਇੱਥੇ ਰਿਹਾ ਬੰਦਾ ਹੋਣਾ ਚਾਹੀਦਾ, ਕੰਮ ਕੀਤਾ ਹੋਣਾ ਚਾਹੀਦਾ। ਅਤੇ ਜਿਹੜੇ ਓਵਰਸੀਜ਼ ਆ ਜਿੱਦਾਂ ਯੂਰਪੀਅਨ ਨੈਸ਼ਨਲ ਹੈਗੇ ਆ, ਬ੍ਰੈਗਜ਼ਿਟ ਤੋਂ ਬਾਅਦ ਵੀ ਉਹ ਸਟਿਲ ਅਪਲਾਈ ਕਰ ਸਕਦੇ ਮੌਰਗੇਜ ਦੇ ਲਈ? ਹਾਂਜੀ, ਉਹ ਮਤਲਬ ਉਹਨਾਂ ਕੋਲ ਜਿਵੇਂ ਹੁਣ ਗਵਰਨਮੈਂਟ ਨੇ ਪ੍ਰੀ ਸੈਟਲਮੈਂਟ ਦੇ ਅੰਡਰ ਆਈ ਗਏ ਆ ਨਾ ਉਹ, ਹਾਂਜੀ, ਉਹਨਾਂ ਨੂੰ ਉਹੀ ਟਰੀਟ ਕੀਤਾ ਜਾਏਗਾ ਅਨਲੈਸ ਔਰ ਅੰਟਿਲ ਹਲੇ ਕਿਸੇ ਨੂੰ ਵੀ ਨਹੀਂ ਪਤਾ ਕਿ ਆਫਟਰ ਬ੍ਰੈਗਜ਼ਿਟ ਕੀ ਰੂਲਸ ਐਂਡ ਰੈਗੂਲੇਸ਼ਨਸ ਹੋਣਗੀਆਂ। ਸੋ ਪਿਕਚਰ ਇਜ਼ ਸਟਿਲ ਮਤਲਬ ਹਨੇਰੇ 'ਚ ਹੈ, ਠੀਕ ਹੈ। ਅਤੇ ਬਾਕੀ ਬੈਂਕਿੰਗ ਸੈਕਟਰ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜੋ ਰੂਲ ਬ੍ਰਿਟਿਸ਼ ਲਈ ਹੈ ਉਹੀ EU ਲਈ ਹੈ। ਹਾਂਜੀ। ਅੱਛਾ, ਮੈਂ ਕੰਮ ਕਰ ਰਿਹਾ ਸੀ ਕੰਪਨੀ ਦੇ ਵਿੱਚ, ਮੇਰਾ ਬਹੁਤ ਵਧੀਆ ਚੱਲ ਰਿਹਾ ਸੀ ਸਾਰਾ ਕੁਝ। ਬਿਕੋਜ਼ ਆਫ ਦ ਕਰੋਨਾ ਵਾਇਰਸ ਮੈਨੂੰ ਕੰਪਨੀ ਫਰਲੋ ਤੇ ਪਾ ਦਿੰਦੀ ਆ। ਆਈ ਵਾਸ ਰੀਅਲੀ ਕਲੋਜ਼ ਟੂ ਗੈਟ ਦ ਮੋਰਗੇਜ। ਐਗਜ਼ੈਕਟਲੀ। ਪਰ ਉਸ ਕੰਡੀਸ਼ਨ 'ਚ ਫਿਰ ਮੈਂ ਕੀ ਕਰ ਸਕਦਾ? ਫਰਲੋ ਤੇ ਇਹ ਥੋੜੀ ਜਿਹੀ ਪ੍ਰੋਬਲਮ ਹੈਗੀ ਹੈ ਜੀ। COVID-19 ਇਹ ਕਿਸੇ ਨੇ ਵੀ ਨਹੀਂ ਟਾਈਮ ਦੇਖਿਆ ਸੀਗਾ, ਕਿਸੇ ਨੇ ਵੀ ਨਹੀਂ ਇਮੈਜਿਨ ਕੀਤਾ ਸੀਗਾ, ਮਤਲਬ ਆਪਣੀ ਲਾਈਫ ਟਾਈਮ 'ਚ ਸਭ ਨੇ ਇਹ ਪਹਿਲੀ ਵਾਰੀ ਟਾਈਮ ਦੇਖਿਆ, ਠੀਕ ਹੈ। ਤੇ COVID-19 'ਚ ਜਿਵੇਂ ਆਪਾਂ ਮੰਨ ਲਓ ਕਿ ਹਲੇ ਵੀ ਉਹਨਾਂ ਦੀ ਅਗਰ ਫਰਲੋ ਹੈਗੀ ਹੈ, ਠੀਕ ਹੈ, ਤਾਂ ਉਹਨਾਂ ਦੀ 80% ਇਨਕਮ ਹੀ ਕਾਊਂਟ ਹੋਊਗੀ, ਠੀਕ ਹੈ। ਅਗਰ ਉਹਨਾਂ ਦੀ ਫਰਲੋ ਬੰਦ ਹੋ ਗਈ ਹੈ, ਠੀਕ ਹੈ, ਜਿਵੇਂ ਤੁਸੀਂ ਕਿਹਾ ਕਿ ਫਰਲੋ ਸੀਗੀ ਪਰ ਹੁਣ ਬੰਦ ਹੋ ਗਈ ਹੈ, ਠੀਕ ਹੈ, ਹੁਣ ਬੰਦ ਹੋ ਗਈ ਹੈ, ਤੁਹਾਨੂੰ ਕਿਸ ਟਰਮਸ ਐਂਡ ਕੰਡੀਸ਼ਨਸ 'ਤੇ ਇੰਪਲੋਇਰ ਨੇ ਅਸੈਪਟ ਕੀਤਾ, ਠੀਕ ਹੈ, ਘੱਟ ਇਨਕਮ 'ਤੇ ਕੀਤਾ ਹੈ, ਜ਼ਿਆਦਾ ਇਨਕਮ 'ਤੇ ਕੀਤਾ ਹੈ, ਕੀ ਤੁਹਾਡੇ ਘੱਟ ਆਵਰਸ ਲੱਗ ਰਹੇ ਹੈ, ਜ਼ਿਆਦਾ ਆਵਰਸ ਲੱਗ ਰਹੇ ਆ। ਸੋ ਇਟ ਡਿਪੈਂਡਸ ਅਪੋਨ ਦੈਟ, ਠੀਕ ਹੈ। ਇੰਪਲੋਇਰ ਲੈਟਰ ਜਿਹਨੂੰ ਆਪਾਂ ਕਹਿੰਦੇ ਆ, ਅੱਜ ਕੱਲ੍ਹ ਜ਼ਿਆਦਾਤਰ ਬੈਂਕਿੰਗ ਸੈਕਟਰ ਇਹ ਕਹਿ ਰਿਹਾ ਕਿ ਸਾਨੂੰ ਨਾਲ ਇੰਪਲੋਇਰ ਲੈਟਰ ਦਿਓ, ਕਿਉਂਕਿ ਇੰਨੀ ਜ਼ਿਆਦਾ ਅਨਸਰਟਨਿਟੀ ਹੋ ਰਹੀ ਹੈ, ਰਿਡੰਡੈਂਸੀਜ਼ ਬਹੁਤ ਵੱਧ ਗਈਆਂ, ਠੀਕ ਹੈ। ਕਿਸੇ ਨੂੰ ਨਹੀਂ ਪਤਾ ਕੱਲ੍ਹ ਨੂੰ ਕੀ ਹੋਣਾ, ਈਵਨ ਸੈਕਿੰਡ ਪੀਕ ਆਏਗੀ ਫਿਰ ਵੀ ਨਹੀਂ ਪਤਾ। ਸੋ ਬਾਇੰਗ ਐਟ ਦ ਮੂਮੈਂਟ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ ਹੈ। ਹਾਂਜੀ, ਮੇਰੀ ਮੌਰਗੇਜ ਕਲੀਅਰ ਹੋ ਗਈ, ਸਾਰਾ ਕੁਝ ਹੋ ਗਿਆ, ਹਾਂਜੀ। ਦੈਨ ਆਲ ਆਫ ਅ ਸਡਨ ਕਰੋਨਾ ਵਾਇਰਸ ਆ ਗਿਆ, ਮੇਰੀ ਮੌਰਗੇਜ ਪਾਸ ਹੋਈ ਹੈ, ਕੀ ਉਹ ਬੈਂਕ ਮੈਨੂੰ ਸਟਿਲ ਪੈਸਾ ਦੇਵੇਗਾ? ਹਾਂਜੀ, ਉਹਦੇ 'ਤੇ ਇੱਕ ਜਿਵੇਂ ਤੁਹਾਨੂੰ ਆਫਰ ਲੈਟਰ ਜਿਹੜੀ ਹੁੰਦੀ ਹੈ ਨਾ ਮੌਰਗੇਜ ਦੀ, ਅਤੇ ਉਹਦੇ ਵਿੱਚ ਇੱਕ ਕੰਡੀਸ਼ਨ ਹੁੰਦੀ ਹੈ ਕਿ ਤੁਹਾਡੀ ਆਫਰ ਇੰਨੀ ਦੇਰ ਤੱਕ ਵੈਲਿਡ ਹੈ। ਸਪੋਜ਼ ਕਰ ਲਓ ਕਿ ਤੁਹਾਡਾ ਜਿਹੜਾ ਤੁਸੀਂ ਘਰ ਦੇਖ ਰਹੇ ਸੀਗੇ, ਠੀਕ ਹੈ, ਮੰਨ ਲਓ ਕਿ ਉਹ ਸੈਲਰ ਬੈਕ ਆਫ ਹੋ ਗਿਆ, ਠੀਕ ਹੈ, ਜਾਂ ਕਿਸੇ ਕਰਕੇ ਤੁਹਾਨੂੰ ਲੱਗਿਆ ਕਿ ਹਾਂ ਵੀ ਮੈਂ ਸ਼ਾਇਦ ਗਲਤ ਸਟੈਪ ਲੈ ਲਿਆ, ਜਾਂ ਮੇਰੀ ਕਰੋਨਾ ਕਰਕੇ ਪਤਾ ਨਹੀਂ ਮੈਂ ਮਤਲਬ ਪੇਮੈਂਟ ਦੇ ਸਕੂੰਗਾ ਕਿ ਨਹੀਂ ਦੇ ਸਕੂੰਗਾ, ਮਤਲਬ ਕੁਝ ਅਨਸਰਟਨਿਟੀ, ਜਾਂ ਸਪੋਜ਼ ਕਰ ਲਓ ਤੁਹਾਨੂੰ ਲੱਗਿਆ ਕਿ ਵੀ ਮੈਨੂੰ ਇਹ ਘਰ ਨਹੀਂ ਪਸੰਦ ਆਇਆ, ਠੀਕ ਹੈ, ਤੁਸੀਂ ਪਹਿਲਾਂ ਮਨ ਬਣਾ ਲਿਆ ਕਿ ਹਾਂਜੀ ਮੈਨੂੰ ਘਰ ਪਸੰਦ ਸੀ, ਦੈਨ ਯੂ ਡਬਲ ਮਾਈਂਡਡ ਵੀ ਮੈਨੂੰ ਨਹੀਂ ਪਸੰਦ ਆਇਆ। ਤੁਹਾਡੀ ਉਹ ਆਫਰ ਸਟਿਲ 6 ਮਹੀਨੇ ਤੱਕ ਵੈਲਿਡ ਹੁੰਦੀ ਹੈ। ਮੋਸਟ ਆਫ ਦਾ ਬੈਂਕਿੰਗ ਮਤਲਬ ਜਿਹੜਾ ਮੋਸਟ ਆਫ ਦਾ ਲੈਂਡਰਸ ਹੈ ਉਹ 6 ਮਹੀਨੇ, ਹਾਂ ਕੁਝ 3 ਮਹੀਨਿਆਂ ਦਾ ਵੀ ਹੈ ਇਹ, ਪਰ ਤੁਹਾਡੀ ਉਹ ਜਿਹੜਾ ਆਫਰ ਹੁੰਦਾ, ਜਿਹੜਾ ਫਾਈਨਲ ਉਹਦੇ 'ਤੇ ਲਿਖਿਆ ਹੋਇਆ ਹੁੰਦਾ ਮੌਰਗੇਜ ਆਫਰ 'ਤੇ, ਕਿ ਇਹ ਜਿਹੜੀ ਆਫਰ ਹੈ, ਇਹ ਜਿਹੜਾ ਤੁਹਾਨੂੰ ਅਸੀਂ ਡਿਸੀਜਨ ਦੇ ਰਹੇ ਹਾਂ, ਇਹ ਕਦ ਤੱਕ ਵੈਲਿਡ ਹੈ, ਉਹਦੇ ਥੱਲੇ ਲਿਖਿਆ ਹੁੰਦਾ, ਠੀਕ ਹੈ। ਉਸ ਦੌਰਾਨ ਤੁਸੀਂ ਕੋਈ ਹੋਰ ਘਰ ਵੀ ਦੇਖ ਸਕਦੇ ਹੋ, ਠੀਕ ਹੈ। ਬਟ ਜਦੋਂ ਤੁਹਾਡੀ ਅਗਲੀ ਵਾਰੀ ਐਪਲੀਕੇਸ਼ਨ ਜਾਣੀ ਹੈ ਤਾਂ ਫਿਰ ਵੀ ਨਵੇਂ ਡਾਕੂਮੈਂਟਸ ਜਾਣੇ ਹੈ, ਮਤਲਬ ਲਾਈਕ ਬੈਂਕ ਨੇ ਸਾਰਾ ਕੁਝ ਦੇਖਣਾ ਹੈ ਕਿ ਵੀ ਹਾਂਜੀ ਇਹਦਾ ਉਹੀ ਸਰਕਮਸਟੈਂਸਿਸ ਸੀਗੇ ਜੋ ਪਿਛਲੀ ਵਾਰ ਸੀਗੇ, ਸਰਕਮਸਟੈਂਸਿਸ ਚੇਂਜ ਤਾਂ ਨਹੀਂ ਹੋਏ, ਲਾਈਕ ਤੁਹਾਡੇ ਇਨਕਮ ਚੇਂਜ ਤਾਂ ਨਹੀਂ ਹੋਇਆ, ਤੁਹਾਡਾ ਕੁਝ ਹੋਰ ਤਾਂ ਨਹੀਂ ਹੋਇਆ, ਉਹ ਸਾਰਾ ਫਿਰ ਵੀ ਦੇਖਿਆ ਜਾਏਗਾ, ਠੀਕ ਹੈ। ਕਈ ਵਾਰੀ ਇੱਥੋਂ ਤੱਕ ਵੀ ਹੈਗਾ ਕਿ ਜਦੋਂ ਆਪਣੀ ਕੰਪਲੀਸ਼ਨ 'ਤੇ ਕੰਮ ਪਹੁੰਚਦਾ ਹੈ, ਠੀਕ ਹੈ, ਉੱਥੇ ਵੀ ਮੌਰਗੇਜ ਆਫਰ ਮਤਲਬ ਕਈ ਵਾਰੀ ਬੈਂਕ ਰੀਕਾਲ ਕਰਕੇ ਵੀ ਵੈਰੀਫਾਈ ਕਰ ਲੈਂਦੇ ਆ ਵੀ ਹਾਂਜੀ ਕਿ ਤੁਹਾਡਾ ਉਹੀ ਸਰਕਮਸਟੈਂਸਿਸ ਹੈ ਜੋ ਤੁਹਾਨੂੰ ਅਸੀਂ ਬਿਗਨਿੰਗ 'ਚ ਜੋ ਤੁਸੀਂ ਮੈਨੂੰ ਪ੍ਰੈਜ਼ੈਂਟ ਕੀਤਾ ਸੀਗਾ, ਠੀਕ ਹੈ, ਉਹੀ ਸੇਮ ਸਰਕਮਸਟੈਂਸਿਸ ਹੈ, ਤਾਂ ਫਿਰ ਉਹ ਇਨਕੁਆਇਰੀ ਕਰ ਸਕਦੇ ਆ। ਓਕੇ, ਅਤੇ ਜਿਹੜੇ ਇਹਨਾਂ ਨੇ ਹੁਣ ਗਵਰਨਮੈਂਟ ਨੇ ਇੱਕ ਹੋਰ ਸਕੀਮ ਲਾਈ ਵੀ ਮਾਰਚ ਤੱਕ ਡਿਊਟੀ ਫਰੀ ਸਟੈਂਪ ਡਿਊਟੀ ਜਿਹੜੀ ਹੁੰਦੀ ਜਿਹਨੂੰ ਕਹਿ ਦਿੰਦੇ ਆ, ਤੁਸੀਂ ਉਸ ਚੀਜ਼ ਬਾਰੇ ਸਾਨੂੰ ਪਲੀਜ਼ ਦੱਸੋ। ਸਟੈਂਪ ਡਿਊਟੀ ਦੇਖੋ ਜੀ, ਇਹ ਬੜੀ ਮਿਸਕਨਸੈਪਸ਼ਨ ਹੈ ਦੁਨੀਆ 'ਚ ਇਸ ਟਾਈਮ ਹੋਈ।
ਉਹਨਾਂ ਨੂੰ ਇੱਦਾਂ ਲੱਗਦਾ ਹੈ ਕਿ ਹਾਂਜੀ ਅਸੀਂ ਦੂਸਰਾ ਤੀਸਰਾ ਚੌਥਾ ਪੰਜਵਾਂ ਜਿੰਨਾ ਵੀ ਘਰ ਲੈ ਲਈਏ ਸਾਡੀ ਵੀ ਮਾਫ ਹੋ ਜਾਏਗੀ 5 ਲੱਖ। ਹਾਂਜੀ। ਬਟ ਇਹ ਸਿਰਫ ਫਸਟ ਬਾਇਰ ਜਿਹੜਾ ਫਸਟ ਟਾਈਮ ਬਾਇਰ ਹੈ ਉਹਦੇ ਤੇ ਹੀ ਐਗਜ਼ੈਂਪਸ਼ਨ ਹੈ 5 ਲੱਖ ਵਾਲੀ। ਠੀਕ ਹੈ। ਬਾਕੀਆਂ ਉਹਦੇ ਤੇ ਪਹਿਲਾਂ ਵੀ ਐਗਜ਼ੈਂਪਸ਼ਨ ਸੀਗੀ 3 ਲੱਖ ਤੱਕ। ਠੀਕ ਹੈ। ਉਹੀ ਉਹ 3 ਲੱਖ ਦੀ ਉਹਨਾਂ ਨੇ ਸਲੈਬ ਚੇਂਜ ਕਰਕੇ ਆਪਾਂ 5 ਲੱਖ ਤੱਕ ਲੈ ਆਏ। ਠੀਕ ਹੈ। ਬਾਕੀ ਜਿਹੜੀ ਐਡੀਸ਼ਨਲ ਸਟੈਂਪ ਡਿਊਟੀ ਪੇ ਕਰ ਰਹੇ ਆ ਆਪਾਂ ਸੈਕਿੰਡ ਹਾਊਸ ਤੇ ਜਾਂ ਥਰਡ ਹਾਊਸ ਤੇ ਜਿਹੜਾ ਵੀ ਸੋ ਔਨ ਆਪਾਂ ਕਰੀਏ, ਠੀਕ ਹੈ, ਉਹ ਐਡੀਸ਼ਨਲ ਸਟੈਂਪ ਡਿਊਟੀ ਤਾਂ ਪੇ ਕਰਨੀ ਹੀ ਪੈਣੀ ਹੈ। ਠੀਕ ਹੈ। ਹਾਂ ਕੁਝ ਫਰਕ ਆਇਆ ਨੋ ਡਾਊਟ, ਜਿਵੇਂ ਕਿ ਹੁਣ ਆਪਾਂ ਮੰਨ ਲਈਏ ਕਿ ਪਹਿਲਾਂ ਜਿਵੇਂ 4.5 ਦਾ ਘਰ ਦੇਖ ਰਹੇ ਹਾਂ, 4.20 ਦਾ ਘਰ ਦੇਖ ਰਹੇ ਹਾਂ, ਤਾਂ ਉਹਦੀ ਇਹ ਰੂਲ ਚੇਂਜ ਹੋਣ ਤੋਂ ਪਹਿਲਾਂ ਸਟੈਂਪ ਡਿਊਟੀ ਬਣਦੀ ਸੀਗੀ ਅਪਰੋਕਸੀਮੇਟਲੀ 22,000। ਠੀਕ ਹੈ। ਤਾਂ ਹੁਣ ਉਹੀ ਸਟੈਂਪ ਡਿਊਟੀ 12,000 ਬਣੂਗੀ। ਹਾਂ ਚੇਂਜ ਆਇਆ ਮਤਲਬ ਫਾਇਦਾ ਹੋਇਆ, ਬਟ ਇਟਸ ਨਾਟ ਲਾਈਕ ਵੀ ਹਾਂਜੀ ਮੈਨੂੰ ਪੇ ਆਫ ਹੀ ਨਹੀਂ ਕਰਨੀ ਪੈਣੀ। ਠੀਕ ਹੈ। ਕਈ ਲੋਕਾਂ ਨੂੰ ਇਹ ਵੀ ਇਹਦੇ ਵਿੱਚ ਗਲਤਫਹਿਮੀ ਹੈ ਕਿ ਉਹ ਸਾਡੇ ਮੇਨ ਹਾਊਸ ਤੇ ਹੈ। ਠੀਕ ਹੈ। ਉਹ ਕੀ ਕਰ ਰਹੇ ਆ ਕਿ ਜਿਵੇਂ ਆਲਰੇਡੀ ਘਰ 'ਚ ਰਹਿ ਰਹੇ ਆ, 2 BTL ਹੈ ਉਹਨਾਂ ਕੋਲ, ਮਤਲਬ ਬਾਈ ਟੂ ਲੈਟ ਪ੍ਰੋਪਰਟੀਜ਼, ਉਹ ਹੁਣ ਤੀਸਰਾ ਚੌਥਾ ਘਰ ਦੇਖ ਰਹੇ ਆ। ਠੀਕ ਹੈ। ਚੌਥੇ ਘਰ ਤੇ ਉਹ ਕਹਿ ਰਹੇ ਆ ਕਿ ਅਸੀਂ ਜਿੱਥੇ ਅਸੀਂ ਰਹਿੰਦੇ ਆ ਉਹਨੂੰ ਅਸੀਂ ਕਿਰਾਏ ਤੇ ਚਾੜ ਦਾਂਗੇ, ਅਸੀਂ ਆਪਣਾ ਨਵਾਂ ਘਰ ਲੈ ਲਾਂਗੇ ਤੇ ਨਵੇਂ ਘਰ ਤੇ ਮਤਲਬ ਮੇਨ ਰਹਾਇਸ਼ ਤੇ 6 ਲੱਖ ਤੱਕ ਫ੍ਰੀ, ਮਤਲਬ 5 ਲੱਖ ਤੱਕ ਸੌਰੀ ਫ੍ਰੀ ਹੈ ਤੇ ਸਾਨੂੰ ਸਟੈਂਪ ਡਿਊਟੀ ਨਹੀਂ ਪੇ ਆਫ ਕਰਨੀ ਪੈਣੀ। ਸੋ ਇਹ ਚੀਜ਼ ਉੱਦਾਂ ਨਹੀਂ ਹੁੰਦੀ ਇੱਥੇ। ਜੇ ਭਾਵੇਂ ਤੁਸੀਂ ਦੂਸਰਾ ਘਰ ਜਾਂ ਤੀਸਰਾ ਘਰ ਮਤਲਬ ਸੈਕਿੰਡ ਹਾਊਸ ਐਂਡ ਸੋ ਔਨ ਜਿਹੜਾ ਵੀ ਲੈਂਦੇ ਹੋ, ਭਾਵੇਂ ਆਪਣੇ ਨਾਮ ਤੇ ਲੈਂਦੇ ਹੋ, ਭਾਵੇਂ ਲਿਮਿਟਿਡ ਕੰਪਨੀ ਦੇ ਨਾਮ ਤੇ ਲੈਂਦੇ ਹੋ, ਠੀਕ ਹੈ, ਆਪਣੀ ਲਿਮਿਟਿਡ ਕੰਪਨੀ, ਤੁਹਾਨੂੰ ਐਡੀਸ਼ਨਲ ਸਟੈਂਪ ਡਿਊਟੀ ਪੇ ਆਫ ਕਰਨੀ ਹੀ ਪਏਗੀ। ਹੁਣ ਇੱਕ ਲਿਮਿਟਿਡ ਕੰਪਨੀ ਤੇ ਵੀ ਤੁਸੀਂ ਸੁਣਿਆ ਹੋਣਾ ਕਿ ਉਹਦੇ ਤੇ ਵੀ ਲੋਕੀ ਕਰ ਲੈਂਦੇ ਆ। ਠੀਕ ਹੈ। ਟੈਕਸ ਨੂੰ ਥੋੜਾ ਸੇਵ ਕਰਨ ਵਾਸਤੇ, ਕਿਉਂਕਿ ਪਿੱਛੇ ਜੇ ਟੈਕਸਿੰਗ ਰੂਲਸ ਚੇਂਜ ਹੋਏ ਸੀਗੇ। ਠੀਕ ਹੈ। ਤਾਂ ਉਹਦੇ ਵਿੱਚ ਭਾਵੇਂ ਲਿਮਿਟਿਡ ਕੰਪਨੀ 'ਚ ਇੱਕ ਘਰ ਹੈ, ਭਾਵੇਂ ਲਿਮਿਟਿਡ ਕੰਪਨੀ 'ਚ 2 ਘਰ ਹੈ, ਬਟ ਉਹ ਲਿਮਿਟਿਡ ਕੰਪਨੀ 'ਚ ਘਰ ਹੈ ਤਾਂ ਤੁਹਾਨੂੰ ਐਡੀਸ਼ਨਲ ਸਟੈਂਪ ਡਿਊਟੀ ਪੇ ਕਰਨੀ ਹੀ ਪੈਣੀ ਹੈ। ਦੈਟ ਇਜ਼ 3%। ਠੀਕ ਹੈ। ਉਹ ਕਰਨੀ ਪੈਣੀ ਹੈ। ਹਾਂਜੀ। ਠੀਕ ਹੈ। ਅੱਛਾ, ਆਮ ਓਵਰ 60 ਤੇ ਮੇਰੇ ਕੋਲ ਇੱਕ ਆਲਰੇਡੀ ਘਰ ਹੈਗਾ ਤੇ ਮੈਂ ਹੋਰ ਦੂਸਰਾ ਘਰ ਲੈਣਾ ਚਾਹੁੰਦਾ, ਤੇ ਉਹਦੇ ਲਈ ਕੀ ਰਿਕੁਆਇਰਮੈਂਟ ਹੋਏਗੀ? ਕੀ ਉਹ ਲੈ ਸਕਦਾ? ਪੋਸੀਬਿਲਿਟੀ ਹੈ ਉਹਦੇ 'ਚ? ਕਿਉਂਕਿ ਆਮ ਆਲਰੇਡੀ ਓਵਰ ਏਜ, ਓਵਰ 60। ਓਵਰ 60 ਦੇ ਹਾਂਜੀ ਤੁਸੀਂ ਲੈ ਸਕਦੇ ਹੋ। ਮਤਲਬ ਮੋਸਟ ਆਫ ਦਾ ਲੈਂਡਰਸ ਅਗਰ ਤੁਸੀਂ ਅਗਲਾ ਘਰ ਕਿਰਾਏ ਤੇ ਚਾੜਨ ਨੂੰ ਲੈਣਾ, ਲੈ ਕੇ BTL ਪ੍ਰੋਪਰਟੀ ਲੈਣੀ ਹੈ, ਠੀਕ ਹੈ, ਇਨਵੈਸਟਮੈਂਟ ਪਰਪਸ ਲਈ, ਠੀਕ ਹੈ, ਉਹ ਤੁਸੀਂ ਲੈ ਸਕਦੇ ਹੋ। ਉਹਦੇ ਵਿੱਚ ਏਜ ਕੁਝ ਲੈਂਡਰਸ ਦੇਖਦੇ ਹੀ ਨਹੀਂ, ਕੁਝ ਲੈਂਡਰਸ ਕਹਿੰਦੇ ਆ ਕਿ ਵੀ ਹਾਂਜੀ ਤੁਹਾਡੀ ਐਂਡ ਆਫ ਦਾ ਮੌਰਗੇਜ 85 ਇਅਰਸ ਦੀ ਏਜ ਹੋਵੇ, ਕੁਝ ਕਹਿੰਦੇ ਆ 100 ਸਾਲ ਦੀ ਏਜ ਹੋਵੇ। ਠੀਕ ਹੈ। ਕੁਝ ਕਹਿੰਦੇ ਅਸੀਂ ਕੰਸੀਡਰ ਹੀ ਨਹੀਂ ਕਰਦੇ ਹੈਗੇ। ਸੋ ਇਟਸ ਨਾਟ ਅ ਪ੍ਰੋਬਲਮ ਕਿ ਅਗਰ ਤੁਸੀਂ 60s 'ਚੋਂ ਤੁਸੀਂ ਘਰ ਨਹੀਂ ਲੈ ਸਕਦੇ, ਦੂਸਰਾ BTL ਇਨਵੈਸਟਮੈਂਟ ਪ੍ਰੋਪਰਟੀ ਨਹੀਂ ਲੈ ਸਕਦੇ, ਤੁਸੀਂ ਲੈ ਸਕਦੇ ਹੋ, ਬਿਲਕੁਲ ਲੈ ਸਕਦੇ ਹੋ। ਹਾਂਜੀ ਉਹਦੇ ਵਿੱਚ ਇਨਕਮ ਵੀ ਨਹੀਂ ਤੁਹਾਡੀ ਕਾਊਂਟ ਹੁੰਦੀ, ਐਦਾਂ ਵੀ ਹੈਗਾ। ਬਟ ਹਾਂ ਪ੍ਰੂਫ ਜਾਂਦੇ ਆ। ਇਹਦੇ ਵਿੱਚ ਵੀ ਉਹੀ ਹੈ, ਮਤਲਬ ਲੈਂਡਰ ਟੂ ਲੈਂਡਰ ਕੰਡੀਸ਼ਨਸ ਹੈ। ਕੁਝ ਕਹਿੰਦੇ ਆ ਕਿ ਐਟਲੀਸਟ ਤੁਹਾਡੀ 20,000 ਦੀ ਇਨਕਮ ਹੋਵੇ, ਕੁਝ 25, ਕੁਝ ਕਹਿੰਦੇ ਅਸੀਂ ਕੰਸੀਡਰ ਹੀ ਨਹੀਂ ਕਰਦੇ ਹੈਗੇ। ਅੱਛਾ ਜੀ, ਮੇਰੇ ਜਿਹੜੇ ਕੁਝ ਦੋਸਤ ਹੈਗੇ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਕੰਮ ਕਰਦੇ, ਜਿੱਦਾਂ CIS ਸਕੀਮ ਹੁੰਦੀ ਹੈ, ਤੇ ਉਹਨਾਂ ਲਈ ਕੀ ਰਿਕੁਆਇਰਮੈਂਟ ਹੈਗੀ ਆ? ਦੇਖੋ ਜੀ, ਕੰਸਟਰਕਸ਼ਨ ਇੰਡਸਟਰੀ ਸਕੀਮ ਬੋਲਦੇ ਆ ਇਹਨੂੰ। ਠੀਕ ਹੈ। ਇਹਦੇ ਵਿੱਚ ਸਾਨੂੰ ਇਹ ਦੇਖਣਾ ਪੈਂਦਾ ਹੈ ਕਿ ਉਹ ਕੰਪਨੀ ਟੈਕਸ ਕੌਣ ਪੇ ਆਫ ਕਰ ਰਿਹਾ ਹੈ। ਠੀਕ ਹੈ। ਉਹ ਐਪਲੀਕੈਂਟ ਖੁਦ ਪੇ ਆਪਣਾ ਟੈਕਸ ਮੈਨੇਜ ਕਰ ਰਿਹਾ ਹੈ ਜਾਂ ਕੰਪਨੀ ਉਹਨੂੰ ਐਜ਼ ਅ ਪੇ ਸਲਿਪ ਦੇ ਰਹੀ ਹੈ ਟੈਕਸ ਕੱਟ ਕੇ, ਜਿਵੇਂ 20% ਟੈਕਸ ਕੱਟ ਕੇ। ਨੋਰਮਲੀ ਇਹ UTR ਤੇ ਕੰਮ ਕਰਦੇ ਆ, ਯੂਨੀਕ ਟੈਕਸ ਪੇਅਰ। ਠੀਕ ਹੈ। ਨੰਬਰ ਹੁੰਦਾ ਮਤਲਬ UTR ਤੇ ਕੰਮ ਕਰ ਰਿਹਾ ਜਾਂ NI ਤੇ ਕੰਮ ਕਰਦੇ। ਉਹਨਾਂ ਨੂੰ ਮਤਲਬ ਉਹਨਾਂ ਦੀ ਲੈਂਗੁਏਜ 'ਚ ਮੈਂ ਹੁਣ ਤੁਹਾਨੂੰ ਦੱਸਦੀ ਹਾਂ, ਉਹ ਕਿਉਂਕਿ ਮੈਂ ਇਹ ਕੇਸ ਡੀਲ ਕੀਤੇ ਹੋਏ ਆ। ਉਹ ਕਹਿੰਦੇ ਆ ਕਿ ਹਾਂਜੀ ਅਸੀਂ UTR ਤੇ ਕੰਮ ਕਰਦੇ ਹਾਂ ਜੀ, ਸਾਨੂੰ ਦੱਸੋ UTR ਤੇ। ਫਿਰ ਮੈਂ ਉਹਨਾਂ ਨੂੰ ਇਹ ਪੁੱਛਦੀ ਹਾਂ ਕਿ ਤੁਹਾਡਾ ਟੈਕਸ ਕੌਣ ਪੇ ਆਫ ਕਰ ਰਿਹਾ? ਤੁਸੀਂ ਆਪ ਆਪਣਾ ਟੈਕਸ ਕਰ ਰਹੇ ਹੋ ਜਾਂ ਤੁਹਾਡਾ ਇੰਪਲੋਇਰ ਪੇ ਆਫ ਕਰਦਾ ਹੈ? ਅਗਰ ਇੰਪਲੋਇਰ ਪੇ ਆਫ ਕਰ ਰਿਹਾ ਤਾਂ ਇਹਨਾਂ ਨੂੰ ਉੱਦਾਂ ਹੀ ਟਰੀਟ ਕੀਤਾ ਜਾਂਦਾ ਹੈ ਜਿੱਦਾਂ ਇੱਕ ਇੰਪਲੋਏ ਪਰਸਨ ਨੂੰ ਟਰੀਟ ਕੀਤਾ ਜਾਂਦਾ ਹੈ।
ਮਤਲਬ ਜਿਵੇਂ PAYY ਨੂੰ ਉਹਨਾਂ ਦੀ ਉਹੀ ਗ੍ਰੋਸ ਐਨੂਅਲ ਇਨਕਮ ਕਾਊਂਟ ਹੋਊਗੀ। ਠੀਕ ਹੈ ਜੀ। ਅਸੀਂ ਇਹਦੇ ਵਿੱਚ ਪ੍ਰੋਸੀਜਰ ਕੀ ਹੁੰਦਾ ਹੈ ਕਿ ਪਿਛਲੇ 13 ਵੀਕ ਦੀਆਂ ਜਾਂ ਪਿਛਲੇ 15 ਵੀਕ ਦੀਆਂ ਸੈਲਰੀ ਸਲਿੱਪਸ ਦੇ ਅਕੋਰਡਿੰਗਲੀ, ਠੀਕ ਹੈ, ਉਹਨਾਂ ਦੀ ਐਵਰੇਜ ਮਲਟੀਪਲਾਈ ਬਾਏ ਜੋ ਵੀ ਫੈਕਟਰ ਹੁੰਦਾ, ਠੀਕ ਹੈ, ਤਾਂ ਉਹ ਉਹਨਾਂ ਦੀ ਇੱਕ ਕ੍ਰਾਈਟੀਰੀਆ ਹੁੰਦਾ, ਠੀਕ ਹੈ, ਅਤੇ ਉਹਦੇ ਵਿੱਚ ਉਹਨਾਂ ਦੀ ਐਨੂਅਲ ਸੈਲਰੀ ਅਸੀਂ ਮਤਲਬ ਕਾਊਂਟ ਕਰਦੇ ਹਾਂ। ਦੂਸਰਾ ਹੈਗਾ ਕਿ ਅਗਰ ਉਹ ਟੈਕਸ ਆਪਣਾ ਆਪ ਮੈਨੇਜ ਕਰ ਰਿਹਾ ਮਤਲਬ ਕੰਪਨੀ ਉਹਨਾਂ ਨੂੰ ਇੱਕ ਗ੍ਰੋਸ ਅਮਾਊਂਟ ਦਿੰਦੀ ਹੈ, ਠੀਕ ਹੈ, ਅਤੇ ਟੈਕਸ ਉਹਨਾਂ ਦਾ ਜਿਵੇਂ ਜਿਹੜਾ ਅਕਾਊਂਟੈਂਟ ਹੁੰਦਾ ਉਹ ਮਤਲਬ ਮੈਨੇਜ ਕਰਦਾ ਈਅਰ ਐਂਡ 'ਤੇ, ਉਹਦੇ ਵਿੱਚ ਉਹ ਐਜ਼ ਅ ਸੈਲਫ ਇੰਪਲੋਇਡ ਦੇ ਰੂਲਸ ਇੰਪਲੀਮੈਂਟ ਹੋਣਗੇ। ਸੈਲਫ ਇੰਪਲੋਇਮੈਂਟ ਦੇ ਰੂਲਸ ਮੈਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਉਹਦੇ ਵਿੱਚ ਉਹੀ ਹੈ, ਅਗਰ ਉਹਦੀ ਲਿਮਿਟਿਡ ਕੰਪਨੀ ਹੈ ਤਾਂ ਐਜ਼ ਅ ਸੈਲਰੀ ਜਾਂ ਡਿਵੀਡੈਂਡ ਪਿਛਲੇ 2 ਸਾਲਾਂ ਦਾ ਉਹਦੀ ਐਵਰੇਜ, ਅਤੇ ਅਗਰ ਉਹਦੀ ਸੋਲ ਟਰੇਡਰ ਤਾਂ ਫਿਰ ਉਹਦੇ ਵਿੱਚ ਇਹ ਹੈ ਕਿ ਉਹਦਾ ਨੈਟ ਪ੍ਰੋਫਿਟ ਕਿੰਨਾ ਹੈ। ਬਸ ਇਹੀ ਚੀਜ਼ ਹੁੰਦੀ ਹੈ ਜੀ। ਹਾਂਜੀ। ਜਿਹੜੀ ਸ਼ੇਅਰਡ ਓਨਰਸ਼ਿਪ ਹੁੰਦੀ ਹੈ ਜੀ, ਉਹ ਹਾਂਜੀ ਸ਼ੇਅਰਡ ਓਨਰਸ਼ਿਪ ਕੀ? ਸ਼ੇਅਰਡ ਓਨਰਸ਼ਿਪ ਵੀ ਨੋਰਮਲੀ ਮਤਲਬ ਨਵੇਂ ਘਰਾਂ 'ਤੇ ਵੀ ਹੈ ਜੀ, ਪੁਰਾਣੇ ਘਰਾਂ 'ਤੇ ਵੀ ਹੈਗੀ ਹੈ, ਠੀਕ ਹੈ। ਇਹਦੇ ਵਿੱਚ ਕੀ ਹੈ ਕਿ ਤੁਸੀਂ ਕਿੰਨਾ ਸ਼ੇਅਰ ਬਾਏ ਕਰ ਰਹੇ ਹੋ। ਤੁਸੀਂ ਦੇਖਿਆ ਹੋਊਗਾ ਰਾਈਟ ਮੂਵ 'ਤੇ, ਜ਼ੂਪਲਾ 'ਤੇ ਸ਼ੇਅਰਡ ਓਨਰਸ਼ਿਪ ਦੇ ਘਰ ਹੈਗੇ ਆ। ਨੋਰਮਲੀ ਘਰ ਦੀ ਪ੍ਰਾਈਸ ਮੰਨ ਲਓ ਕਿ ਫੁੱਲ ਪ੍ਰਾਈਸ ਹੈਗੀ ਹੈ 4 ਲੱਖ ਦੀ, ਠੀਕ ਹੈ, ਅਤੇ ਉਹਨਾਂ ਨੇ ਲਿਖੀ ਹੈ ਕਿ 25% ਸ਼ੇਅਰਡ ਓਨਰਸ਼ਿਪ 'ਚ ਲੈ ਲਓ, ਮਤਲਬ 25% ਸ਼ੇਅਰ ਤੁਸੀਂ ਬਾਏ ਕਰ ਲਓ ਐਜ਼ ਅ, ਉਹਨਾਂ ਨੇ £1,00,000 ਦਾ ਉਹ ਲਗਾਈ ਹੈ ਪ੍ਰਾਈਸ। ਤੁਸੀਂ ਵੀ ਕਹਿੰਦੇ ਹੋ ਕਿ ਹਾਂ ਬਈ ਬੜੀ ਵਧੀਆ 4 ਲੱਖ ਦਾ ਘਰ ਹੈ, ਮੈਨੂੰ ਲੱਖ 'ਚ ਮਿਲ ਰਿਹਾ, ਠੀਕ ਹੈ, ਮੈਂ ਇਹਦੇ ਵਿੱਚ 10,000 ਆਪਣਾ ਪਾਊਂਗਾ, ਬਾਕੀ ਦੀ ਮੌਰਗੇਜ ਕਰਾ ਲੂੰਗਾ, ਇੰਨੀ ਤਾਂ ਮੇਰੀ ਮੌਰਗੇਜ ਵੀ ਬਣਦੀ ਹੈ। ਬਟ ਇਹਦੇ ਵਿੱਚ ਕੁਝ ਹਿਡਨ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਕਿ ਜਿਹੜਾ 25% ਤੁਸੀਂ ਬਾਏ ਆਫ ਕਰ ਲਿਆ, ਬਾਕੀ ਦਾ ਜਿਹੜਾ 75% ਹੈ ਉਹਦੇ 'ਤੇ ਤੁਸੀਂ ਰੈਂਟ ਪੇ ਆਫ ਕਰੋਗੇ। ਉਹ ਜਿਹੜਾ ਰੈਂਟ ਪੇ ਆਫ ਵੀ ਕਰੋਗੇ ਅਤੇ ਫਿਰ ਉਹਦੇ 'ਤੇ ਉਸ ਤੋਂ ਔਨ ਟੋਪ ਆਫ ਦੈਟ ਉਹਦੇ 'ਤੇ ਕੁਝ ਸਰਵਿਸ ਚਾਰਜਿਸ ਵੀ ਹੁੰਦੇ ਆ, ਕੋਈ ਗਰਾਊਂਡ ਟੈਕਸ ਵੀ ਲੱਗਿਆ ਹੋਇਆ ਹੁੰਦਾ, ਠੀਕ ਹੈ, ਗਰਾਊਂਡ ਰੈਂਟ ਵੀ ਹੁੰਦਾ ਅਗਰ ਜਿਵੇਂ ਫਲੈਟ ਹੈ, ਲੀਜ਼ ਹੋਲਡ ਘਰ ਹੈ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਪਾ ਕੇ ਤੁਹਾਡੀ ਅਮਾਊਂਟ ਜਿਹੜੀ ਹੈ ਉਹ ਨੋਰਮਲੀ ਤੁਹਾਡੀ ਮੌਰਗੇਜ ਉੱਦਾਂ ਤੁਸੀਂ ਕਰ ਲੈਂਦੇ ਹੋ ਉਹਦੇ ਤੋਂ ਵੀ ਅਪ ਤੁਹਾਡੀ ਮੰਥਲੀ ਪੇਮੈਂਟ ਬਣ ਜਾਂਦੀ ਹੈ। ਫਿਰ ਵੀ ਤੁਸੀਂ ਸਿਰਫ 25% ਹੀ ਘਰ ਬਾਏ ਕੀਤਾ, 75% ਫਿਰ ਉਹਨਾਂ ਦਾ ਹੀ ਹੈ। ਹਾਂਜੀ। ਸੋ ਇਹ ਲੌਂਗ ਰਨ ਦੇ ਵਿੱਚ ਇੰਨਾ ਬੈਨੀਫਿਟ ਸੌਦਾ ਨਹੀਂ ਹੈਗਾ ਜਿਹਨੂੰ ਆਪਾਂ ਦੇਖੀਏ ਜਾਈਏ, ਠੀਕ ਹੈ। ਇੱਕ ਜਿਹੜੇ ਆਪਾਂ ਲਿਖਿਆ ਹੁੰਦਾ ਆਪਾਂ ਦੇਖਦੇ ਹਾਂ ਗਾਈਡ ਪ੍ਰਾਈਸ, ਉਸ ਚੀਜ਼ 'ਚ ਬੜੀ ਕਨਫਿਊਜ਼ਨ ਹੈ। ਗਾਈਡ ਪ੍ਰਾਈਸ ਅੱਜ ਕੱਲ੍ਹ ਵੈਸੇ ਵੀ ਬਹੁਤ ਕਨਫਿਊਜ਼ਨ ਹੈ ਸਟੇਟ ਏਜੰਸੀ ਦੀ ਮਾਰਕੀਟ ਦੇ ਵਿੱਚ। ਦ ਥਿੰਗ ਇਜ਼ ਕਿ ਅੱਜ ਦੇ ਸਟੈਂਪ ਡਿਊਟੀ ਦੇ ਰੂਲਸ ਚੇਂਜ ਹੋਏ ਆ, ਮਾਰਕੀਟ ਦੇ ਵਿੱਚ ਬਾਇਰ ਇੰਨਾ ਜ਼ਿਆਦਾ ਵੱਧ ਗਿਆ, ਠੀਕ ਹੈ, ਜਾਂ ਤਾਂ ਕੁਝ ਕਈ ਫੈਕਟਰਸ ਹੋ ਸਕਦਾ ਹੈ ਕਿ ਵੀ ਲਾਈਕ ਜਿਵੇਂ 3-4 ਮਹੀਨੇ ਬਿਲਕੁਲ ਹੀ ਬਾਇੰਗ ਸੈਲਿੰਗ ਨਹੀਂ ਹੋ ਰਹੀ ਸੀਗੀ, ਠੀਕ ਹੈ, ਹੁਣ ਇੱਕਦਮ ਜਿਵੇਂ ਕਰੋਨਾ ਕਰਕੇ ਖੁੱਲ੍ਹ ਗਿਆ ਤਾਂ ਉਹਦੇ ਕਰਕੇ ਵੀ ਹੋ ਸਕਦਾ ਹੈ, ਉਹਦਾ ਇੰਪੈਕਟ ਵੀ ਹੋ ਸਕਦਾ ਹੈ। ਇਹ ਵੀ ਇੰਪੈਕਟ ਨੋ ਡਾਊਟ ਕਿ ਇੱਕ ਜਿਹੜਾ ਸਟੈਂਪ ਡਿਊਟੀ ਰਿਲੈਕਸੇਸ਼ਨ ਹੋਈ ਹੈ ਇਹਦੇ ਕਰਕੇ ਵੀ ਮਾਰਕੀਟ 'ਚ ਬਾਇਰ ਕਾਫੀ ਵਧਿਆ। ਤਾਂ ਅੱਜ ਕੱਲ੍ਹ ਤੁਸੀਂ ਕੀ ਕਰਦੇ ਹੋ ਕਿ ਤੁਸੀਂ ਐਸਟੇਟ ਏਜੰਟ ਕੋਲ ਜਾਂਦੇ ਹੋ, ਉਹਦੇ ਕੋਲ ਆਲਰੇਡੀ 30-35 ਬੰਦਿਆਂ ਦੀ ਲਿਸਟ ਹੁੰਦੀ ਹੈ, ਠੀਕ ਹੈ। ਉਹ ਇੱਕ ਤਰੀਕੇ ਦਾ ਲਾਈਕ ਆਕਸ਼ਨ ਪ੍ਰਾਈਸ, ਮਤਲਬ ਉਹ ਕਹਿੰਦਾ ਕਿ ਮੈਂ ਦੇਖਦਾ ਕਿ ਤੁਹਾਡੀ ਬਿਡ ਮਤਲਬ ਤੁਸੀਂ ਤੁਹਾਡੀ ਪ੍ਰਾਈਸ ਕਿੰਨੀ ਆ, ਤੁਹਾਡੀ ਆਫਰ ਕਿੰਨੀ ਆ, ਤੁਹਾਡੀ ਆਫਰ ਕਿੰਨੀ ਆ, ਤੁਹਾਡੀ ਆਫਰ ਕਿੰਨੀ ਆ। ਸੋ ਦੇ ਆਰ ਲਾਈਕ ਮਤਲਬ ਉਹ ਖੁਦ ਆਪਣਾ ਆਕਸ਼ਨ ਗੇਮ ਪਲੇ ਕਰ ਰਿਹਾ ਹੁੰਦਾ ਉੱਥੇ, ਠੀਕ ਹੈ। ਬਾਕੀ ਇੱਕ ਆਕਸ਼ਨ ਦੀ ਪ੍ਰਾਪਰਟੀ ਹੁੰਦੀ ਹੈ, ਨੋਰਮਲੀ ਇਹ ਗਾਈਡ ਪ੍ਰਾਈਸ ਉੱਥੇ ਲਿਖਿਆ ਹੁੰਦਾ, ਠੀਕ ਹੈ। ਆਕਸ਼ਨ ਦੀ ਪ੍ਰਾਪਰਟੀ ਜਿੰਨੀ ਵੀ ਹੁੰਦੀ ਹੈ ਇਹ ਤੁਹਾਡੇ ਲਈ ਬਹੁਤ ਜਾਣਨਾ ਜ਼ਰੂਰੀ ਹੈ ਕਿ ਮਤਲਬ ਆਕਸ਼ਨ ਦਾ ਪ੍ਰੋਸੀਜਰ ਨਾਰਮਲ ਪ੍ਰੋਸੀਜਰ ਨਹੀਂ ਹੁੰਦਾ ਹੈਗਾ। ਆਕਸ਼ਨ ਦੀ ਇੱਕ ਡੇਟ ਹੁੰਦੀ ਹੈ, ਠੀਕ ਹੈ, ਅਤੇ ਉਸ ਡੇਟ 'ਚ ਉਸ ਤੋਂ ਪਹਿਲਾਂ ਤੁਸੀਂ ਉਹ ਆਕਸ਼ਨ ਹਾਊਸ ਨਾਲ ਰਜਿਸਟਰਡ ਹੁੰਦੇ ਹੋ, ਠੀਕ ਹੈ, ਤਾਂ ਤੁਸੀਂ ਆਪਣੀ ਬਿਡਿੰਗ ਲਗਾਉਂਦੇ ਹੋ। ਤੁਹਾਡੇ ਲਈ ਇਹ ਉਸ ਤੋਂ ਪਹਿਲਾਂ ਪ੍ਰਾਪਰਟੀ ਨੂੰ ਵਿਊ ਕਰਨਾ ਬਹੁਤ ਜ਼ਰੂਰੀ ਹੈ। ਕਦੇ ਵੀ ਬੋਲੀ ਮਤਲਬ ਬਿਡਿੰਗ ਤੁਸੀਂ ਨਾ ਲਗਾਓ ਜੇ ਤੁਸੀਂ ਪ੍ਰਾਪਰਟੀ ਦੇਖੀ ਹੀ ਨਹੀਂ, ਜੇ ਤੁਸੀਂ ਉਹਦਾ ਪ੍ਰਾਪਰਟੀ ਦਾ ਪੈਕ ਪੜ੍ਹਿਆ ਹੀ ਨਹੀਂ, ਤੁਸੀਂ ਡੋਂਟ ਗੋ ਫॉर द ਬਿਡਿੰਗ ਡਾਇਰੈਕਟਲੀ। ਮਤਲਬ ਅੰਨੇਵਾਹ ਤੁਸੀਂ ਬਿਡਿੰਗ ਨਾ ਲਾਓ ਕਿ ਵੀ ਹਾਂਜੀ ਸਿਰਫ ਇਹ ਦੇਖ ਕੇ ਵੀ ਹਾਂਜੀ
ਉੱਦਾਂ ਤਾਂ ਨਾਰਮਲ ਪ੍ਰਾਈਸ 2 ਲੱਖ ਦੀ ਹੈ ਤੇ ਮੈਨੂੰ ਤਾਂ ਆਕਸ਼ਨ 'ਚ ਜੀ ਲੱਖ ਦੀ ਮਿਲ ਰਹੀ ਹੈ, ਚਲੋ ਜੀ ਆਪਾਂ ਲਗਾ ਦਿੱਤੀ। ਉਹਦੇ ਵਿੱਚ ਕੁਛ ਨਾ ਕੁਛ ਫਾਲਟ ਹੁੰਦਾ ਹੀ ਹੈ, ਜਾਂ ਤਾਂ ਉਹ ਨੌਨ ਸਟੈਂਡਰਡ ਕੰਸਟਰਕਸ਼ਨ ਦੀ ਹੋਊਗੀ, ਮਤਲਬ ਉਹ ਇੰਨੀ ਵਧੀਆ ਨਹੀਂ ਪ੍ਰੋਪਰਟੀ ਹੁੰਦੀ ਹੈਗੀ, ਠੀਕ ਹੈ, ਉਹਨੂੰ ਰੀਫਰਬਿਸ਼ਮੈਂਟ ਦੀ ਲੋੜ ਹੁੰਦੀ ਹੈ। ਸੋ ਦੈਟਸ ਵਾਈ ਉਹ ਨਾਰਮਲ ਪ੍ਰੋਸੀਜਰ 'ਚ ਨਹੀਂ ਵਿਕਦੀ ਹੁੰਦੀ, ਉਹ ਤਾਂ ਹੀ ਉਹ ਆਕਸ਼ਨ 'ਚ ਗਈ ਹੈ, ਠੀਕ ਹੈ। ਫਿਰ ਆਕਸ਼ਨ ਦੀ ਪ੍ਰੋਪਰਟੀ 'ਤੇ ਜਿਸ ਦਿਨ ਤੁਸੀਂ ਬਿਡਿੰਗ ਲਗਾਈ ਹੈ ਉਸ ਦਿਨ ਹੀ ਉਹਦਾ 10% ਡਿਡਕਟ ਹੋ ਜਾਂਦਾ ਹੈ। ਜਿੰਨੇ ਦੀ ਬਿਡਿੰਗ ਲੱਗੀ ਹੈ, ਜੇ ਲੱਖ ਦੀ ਲੱਗੀ ਹੈ ਤਾਂ ਉਹਨਾਂ ਨੇ 10% ਉਸੇ ਦਿਨ ਹੀ ਤੁਹਾਡੇ ਅਕਾਊਂਟ 'ਚੋਂ ਡਿਡਕਟ ਕਰ ਲੈਣਾ ਹੈ, ਮਤਲਬ 10,000। ਅਤੇ ਬਾਕੀ ਦਾ ਜਿਹੜਾ 90,000 ਹੈ ਉਹ ਤੁਹਾਨੂੰ ਵਿਦਿਨ 28 ਡੇਜ਼ ਕਲੀਅਰ ਆਫ ਕਰਨਾ ਹੀ ਪੈਂਦਾ ਹੈ। ਅਗਰ ਤੁਸੀਂ ਨਹੀਂ ਕਲੀਅਰ ਆਫ ਕਰੋਗੇ, ਮਤਲਬ ਕੰਪਲੀਸ਼ਨ, ਪੂਰੀ ਕੰਪਲੀਸ਼ਨ ਤੁਹਾਨੂੰ 28 ਡੇਜ਼ 'ਚ ਕਰਨੀ ਪੈਂਦੀ ਹੈ। ਅਗਰ ਨਹੀਂ ਕਰੋਗੇ ਤਾਂ ਉਹਦੇ 'ਤੇ ਤੁਹਾਨੂੰ ਪੈਨਲਟੀ ਪੈਣੀ ਸ਼ੁਰੂ ਹੋ ਜਾਏਗੀ। ਉਹਦਾ ਜੋ ਵੀ ਪ੍ਰੋਸੀਜਰ ਹੋਏਗਾ ਆਕਸ਼ਨ ਹਾਊਸ ਦਾ, ਕੋਈ ਆਕਸ਼ਨ ਹਾਊਸਿਸ ਕਿਸੇ ਤਰੀਕੇ ਨਾਲ ਪੈਨਲਟੀ ਪਾਉਂਦੇ ਆ, ਕੋਈ ਕਿਸੇ ਤਰੀਕੇ ਨਾਲ ਪਾਉਂਦੇ ਆ। ਸੋ ਇਟ ਡਿਪੈਂਡਸ ਅਪੋਨ ਕਿ ਉਹਦੀ ਪੈਨਲਟੀ ਕਿੱਦਾਂ। ਬਟ ਇਹ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਅਗਰ ਤੁਹਾਡੇ ਕੋਲ ਫੰਡ ਰੈਡੀ ਹੈ, ਅਗਰ ਤੁਹਾਨੂੰ ਲੱਗਦਾ ਹੈ ਕਿ ਮੇਰੀ ਮੌਰਗੇਜ ਰੈਡੀ ਹੋ ਜਾਏਗੀ, ਇਹ ਘਰ 'ਚ ਕੋਈ ਫਾਲਟ ਨਹੀਂ ਹੈ, ਇਹਨੂੰ ਸਿਰਫ ਲਾਈਟ ਰੀਫਰਬਿਸ਼ਮੈਂਟ ਦੀ ਲੋੜ ਹੈ, ਲਾਈਕ ਜਸਟ ਕਾਰਪੇਟਿੰਗ ਐਂਡ ਪੇਂਟਿੰਗ, ਵਾਲ ਪੇਂਟ, ਸੀਲਿੰਗ ਪੇਂਟ, ਫਿਰ ਤੁਹਾਨੂੰ ਲੱਗਦਾ ਹੈ ਕਿ ਵੀ ਹਾਂਜੀ ਵੀ ਮੈਂ ਇਹ ਸਭ ਕੁਝ ਕਰਕੇ ਕਿ ਵੀ ਹਾਂ ਮੈਂ ਪ੍ਰੋਪਰਟੀ ਦਾ ਪ੍ਰਾਈਸ ਅਪ ਲੈ ਕੇ ਜਾ ਸਕਦਾ ਹੈ। ਫਿਰ ਇਹ ਡਿਪੈਂਡ ਕਰਦਾ ਹੈ ਕਿ ਲਾਈਕ ਤੁਸੀਂ ਉੱਥੇ ਆਪ ਰਹਿਣਾ ਹੈ ਜਾਂ ਉਹਨੂੰ ਤੁਸੀਂ ਸੈਲ ਆਫ ਕਰਨਾ ਹੈ, ਕਿੱਦਾਂ, ਕੀ ਪਲਾਨਸ ਕੀ ਹੈ। ਸੋ ਅਗਰ ਤੁਹਾਡੇ ਕੋਲ ਇਹ ਸਾਰੀਆਂ ਚੀਜ਼ਾਂ ਕਲੀਅਰ ਹੈ ਤਾਂ ਹੀ ਤੁਸੀਂ ਬਿਡਿੰਗ ਲਗਾਓ, ਅਦਰਵਾਈਜ਼ ਬਿਡਿੰਗ ਨਾ ਲਗਾਓ। ਅੱਛਾ, ਇੱਕ ਕੁਐਸਚਨ ਹੋਰ ਸੀ ਮੇਰੇ ਦਿਮਾਗ ਦੇ ਵਿੱਚ, ਜਿੱਦਾਂ ਮੈਂ ਮੌਰਗੇਜ ਅਪਲਾਈ ਕਰਨੀ ਸੀ ਪਰ ਕੋਵਿਡ ਹੋ ਗਿਆ, ਮੇਰੀ ਕੰਪਨੀ ਨੇ ਮੈਨੂੰ ਫਰਲੋ 'ਤੇ ਪਾਤਾ, ਗਵਰਨਮੈਂਟ ਮੈਨੂੰ 80% ਦੇ ਰਹੀ ਆ, ਉਸ 80% ਦੇ ਨਾਲ ਮੈਂ ਆਮ ਸਟਿਲ ਐਲੀਜੀਬਲ ਕਿ ਜਿੰਨੀ ਮੈਨੂੰ ਮੌਰਗੇਜ ਚਾਹੀਦੀ ਸੀ ਮੈਂ ਐਲੀਜੀਬਲ ਹਾਂ ਉਸ ਲਈ। ਤੇ ਆਲ ਆਫ ਸਡਨ ਜਦੋਂ ਗਵਰਨਮੈਂਟ ਨੇ ਕਿਹਾ ਵੀ 60% ਗਵਰਨਮੈਂਟ ਪੇ ਕਰੇਗੀ ਤੇ 20% ਇੰਪਲੋਇਰ ਨੂੰ ਪੇ ਕਰਨਾ ਪਏਗਾ, ਤੇ ਜਿਹੜਾ ਮੇਰਾ ਇੰਪਲੋਇਰ ਆ ਉਹ ਮੈਨੂੰ ਜੌਬਲੈਸ ਕਰ ਦਿੰਦਾ, ਮੈਨੂੰ P45 ਇਸ਼ੂ ਕਰਤਾ, ਤੇ 15 ਦਿਨ ਜਾਂ 1 ਮੰਥ ਮੇਰੇ ਕੋਲੇ ਮੈਂ ਜੌਬਲੈਸ ਰਹਿ ਗਿਆ, ਤੇ ਮੈਂ ਨਵੀਂ ਕੰਪਨੀ ਦੇ ਵਿੱਚ ਉਸ ਤੋਂ ਬਾਅਦ ਸਾਈਨ ਹੋ ਗਿਆ। ਤੇ ਉਹ ਮੇਰੇ ਲਈ ਕਿੰਨਾ ਈਜ਼ੀ ਹੋਏਗਾ ਮੌਰਗੇਜ ਅਪਲਾਈ ਕਰਨਾ? ਦੇਖੋ, ਜਦ ਤੁਹਾਨੂੰ ਰਿਡੰਡੈਂਸੀ ਹੋਗੀ, ਮੈਂ ਉਹੀ ਤੁਹਾਨੂੰ ਕਹਿ ਰਹੀ ਹਾਂ ਕਿ ਮੈਂ ਤੁਹਾਨੂੰ ਸ਼ਾਇਦ ਦੱਸਿਆ ਵੀ ਹੈ ਕਿ ਇਹ ਇੰਪਲੋਇਰ ਲੈਟਰ ਅੱਜ ਕੱਲ੍ਹ ਬੈਂਕਿੰਗ ਇੰਪਲੋਇਰ ਲੈਟਰ ਮੰਗ ਰਹੀ ਹੈ, ਸਿਰਫ ਇਹ ਮੇਕ ਸ਼ੋਰ ਕਰਨ ਵਾਸਤੇ ਕਿ ਵੀ ਹਾਂਜੀ ਕਿ ਵਾਟ ਵਿਲ ਬੀ ਦ ਪ੍ਰੋਸਪੈਕਟ, ਵੀ ਹਾਂ ਜਿਹੜਾ ਇਹ ਬੰਦਾ ਮੌਰਗੇਜ ਲੈਣ ਲਈ ਆ ਰਿਹਾ ਸਾਡੇ ਕੋਲ, ਠੀਕ ਹੈ, ਵੀ ਇਹ ਅੱਗੇ ਮਤਲਬ ਕਿੱਦਾਂ ਕੰਮ ਕਰੇਗਾ, ਇਹ ਕੰਪਨੀ ਨਾਲ ਰਹੇਗਾ ਨਹੀਂ ਰਹੇਗਾ। ਹੁਣ ਮੰਨ ਲਓ ਕਿ ਤੁਸੀਂ, ਤੁਹਾਡੀ ਰਿਡੰਡੈਂਸੀ ਹੋ ਗਈ, ਤੁਸੀਂ ਨਵਾਂ ਕੰਮ ਲੱਭ ਲਿਆ। ਅਗਰ ਤੁਸੀਂ ਨਵਾਂ ਕੰਮ ਲੱਭ ਲਿਆ ਤਾਂ ਉਹਦੀਆਂ ਵੀ ਟਰਮਸ ਐਂਡ ਇੱਕ ਕੰਟਰੈਕਟ ਲੈਟਰ ਹੁੰਦੇ ਆ, ਤੁਹਾਨੂੰ ਪਤਾ ਹੈ, ਇੰਪਲੋਇਰ ਲੈਟਰ ਹੁੰਦਾ ਜਿਹਦੇ ਵਿੱਚ ਸਾਰੀਆਂ ਟਰਮਸ ਐਂਡ ਕੰਡੀਸ਼ਨ। ਬੈਂਕ ਇਹ ਦੇਖਦੀ ਹੈ ਕਿ ਬੰਦਾ ਪਰਮਾਨੈਂਟ ਹੋਣਾ ਚਾਹੀਦਾ, ਠੀਕ ਹੈ, ਉਹਦੀ ਸੈਲਰੀ ਕਿੰਨੀ ਹੈ, ਠੀਕ ਹੈ, ਉਹ ਕੰਟਰੈਕਟ ਨਾ ਹੋਵੇ ਲਾਈਕ ਵੀ ਹਾਂਜੀ 6 ਮਹੀਨੇ ਦਾ ਕੰਟਰੈਕਟ ਹੈ, 12 ਮਹੀਨੇ ਦਾ ਕੰਟਰੈਕਟ ਹੈ, ਇਹ ਚੀਜ਼ਾਂ ਨਹੀਂ ਬੈਂਕ ਅਸੈਪਟ ਕਰਦੀ ਹੈਗੀ ਹੱਸ ਕੇ। ਹਾਂ, ਕੁਝ ਕਰਦੇ ਆ ਬਟ ਉਹਦੀਆਂ ਫਿਰ ਆਪਣੀਆਂ ਕੰਡੀਸ਼ਨਸ ਹੁੰਦੀਆਂ ਕਿ ਵੀ ਹਾਂਜੀ ਉਹ ਪਿਛਲੇ 12 ਮਹੀਨੇ ਤੋਂ ਕੰਟਰੈਕਟਿੰਗ ਕਰਦਾ ਹੋਣਾ ਚਾਹੀਦਾ, ਐਦਾਂ ਕਰਕੇ। ਬਟ ਅਗਰ ਤੁਸੀਂ ਇੰਪਲੋਇਰ ਚੇਂਜ ਕੀਤਾ, ਤੁਹਾਡੇ ਕੋਲ ਇਹ ਲੈਟਰ ਹੈ, ਤੁਸੀਂ ਪਰਮਾਨੈਂਟ ਪੋਜੀਸ਼ਨ ਤੇ ਜਾ ਰਹੇ ਹੋ, ਫਿਰ ਕੋਈ ਪ੍ਰੋਬਲਮ ਨਹੀਂ ਹੈ। ਫਿਰ ਉਹਦੇ ਵਿੱਚ ਪੇ ਸਲਿਪ ਦੀ ਲੋੜ ਨਹੀਂ ਹੋਏਗੀ? ਪੇ ਸਲਿਪ ਚਾਹੀਦੀ ਹੈ ਫਿਰ ਵੀ। ਕਿੰਨੀਆਂ ਪੇ ਸਲਿਪ ਚਾਹੀਦੀਆਂ? ਐਟਲੀਸਟ 1 ਮੰਥ ਦੀ ਤਾਂ ਚਾਹੀਦੀ ਹੈ। 1 ਮੰਥ ਦੀ ਪੇ ਸਲਿਪ ਚਾਹੀਦੀ ਹੈ। ਅਗਰ ਤੁਹਾਡੀਆਂ ਪਿਛਲੀਆਂ ਰੈਗੂਲਰ ਪੇ ਸਲਿਪਸ ਆ ਰਹੀਆਂ, ਠੀਕ ਹੈ, ਤੁਹਾਡੇ ਕੋਲ ਜਿਹੜੀ ਨਵੀਂ ਪੇ ਸਲਿਪ ਆਈ ਹੈ ਐਟਲੀਸਟ 1 ਮੰਥ ਦੀ ਹੈ ਵਿਦ ਦ ਇੰਪਲੋਇਰ ਲੈਟਰ, ਤਾਂ ਹੋ ਸਕਦਾ ਹੈ। ਸਾਡੇ ਦਰਸ਼ਕਾਂ ਲਈ ਕੋਈ ਮੈਸੇਜ, ਜਿਨ੍ਹਾਂ ਨੇ ਨਵਾਂ ਘਰ ਬਾਏ ਕਰਨਾ ਜਾਂ ਸੈਕਿੰਡ ਟਾਈਮ ਬਾਇਰ ਆ, ਕੋਈ ਮੈਸੇਜ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋ ਤੁਸੀਂ? ਹਾਂਜੀ, ਮੈਂ ਇਹੀ ਹੈ ਕਿ ਲਾਈਕ ਮੇਰਾ ਮੈਸੇਜ ਇਹੀ ਹੈ ਕਿ ਜਿਹੜਾ ਵੀ ਤੁਸੀਂ ਨਵਾਂ ਘਰ ਦੇਖਣਾ ਹੈ, ਠੀਕ ਹੈ, ਥੋੜ੍ਹਾ ਦੇਖੋ, ਪਰਖੋ, ਆਪਣੀਆਂ ਕੰਡੀਸ਼ਨਸ ਨੂੰ ਐਨਾਲਾਈਜ਼ ਕਰੋ, ਬਿਕੋਜ਼ ਇਹ ਕੋਵਿਡ-19 ਦਾ ਟਾਈਮ ਪੀਰੀਅਡ ਹੈ, ਠੀਕ ਹੈ, ਫੰਡਿੰਗ ਹਲੇ ਥੋੜ੍ਹੀਆਂ ਮਾਰਕੀਟ 'ਚ ਅਨਸਰਟੇਨਿਟੀ ਬਹੁਤ ਹੈ। ਕਈ ਵਾਰੀ ਐਸਟੇਟ ਏਜੰਟਸ ਨੇ ਵੀ ਆਪਣੇ ਪ੍ਰਾਈਸ ਥੋੜ੍ਹੇ ਸ਼ੂਟ ਅਪ ਕੀਤੇ ਹੋਏ ਆ ਪ੍ਰੋਪਰਟੀ ਦੇ, ਠੀਕ ਹੈ। ਸੋ ਸਾਰੇ ਆਪਣਾ ਪਹਿਲਾਂ ਬਜਟ ਤਿਆਰ ਕਰੋ, ਉਸ ਤੋਂ ਬਾਅਦ ਹੀ ਅੱਗੇ ਦੇਖੋ ਕਿ ਤੁਸੀਂ ਇਹ ਮੰਥਲੀ ਕਿਸ਼ਤ ਅਫੋਰਡ ਕਰ ਰਹੇ ਹੋ। ਕਈ ਵਾਰੀ ਮੇਰੇ ਕੋਲ, ਮੈਂ ਤੁਹਾਨੂੰ ਉਹੀ ਦੱਸਦੀ ਹਾਂ, ਹੁਣ ਤੁਸੀਂ ਚੰਗਾ ਕੁਐਸਚਨ ਪੁੱਛਿਆ, ਮੇਰੇ ਕੋਲ ਕੁਝ ਆਉਂਦੇ ਆ
ਉਹ ਕਹਿ ਦਿੰਦੇ ਆ ਕਿ ਫਲਾਣੇ ਨੇ ਤਾਂ ਜੀ ਸੈਲਰੀਆਂ ਇੰਨੀਆਂ ਦਿਖਾ ਦਿੱਤੀਆਂ, ਠੀਕ ਹੈ, ਇੰਨੇ ਦਾ ਘਰ ਲੈ ਲਿਆ, ਠੀਕ ਹੈ, ਤੇ ਉਹਦੀ ਮੌਰਗੇਜ ਵੀ ਅਪਰੂਵ ਹੋਗੀ। ਬਟ ਮੇਰੀ ਪਰਸਨਲ ਸੁਜੈਸ਼ਨ ਇਹ ਹੈ ਕਿ ਇਹ ਕੰਮ 'ਚ ਨਾ ਫਸੋ। ਇੱਕ ਤਾਂ ਇਹ ਇਲੀਗਲ ਹੈ ਸਾਰਿਆਂ ਤੋਂ ਬੜੀ ਗੱਲ, ਠੀਕ ਹੈ। ਦੂਸਰਾ ਇਹ ਹੈ ਕਿ ਅਗਰ ਤੁਸੀਂ ਅੱਜ 3 ਮਹੀਨੇ ਦੀਆਂ ਕਿਤੋਂ ਐਦਾਂ ਕਰਕੇ ਲੈ ਵੀ ਲੈਂਦੇ ਹੋ ਤਾਂ ਉਹਦੀਆਂ ਮੰਥਲੀ ਪੇਮੈਂਟਸ ਤਾਂ ਤੁਸੀਂ ਦੇਣੀਆਂ ਨਾ, ਉਹ ਤਾਂ ਕਿਸੇ ਹੋਰ ਮੌਰਗੇਜ ਐਡਵਾਈਜ਼ਰ ਨੇ ਤਾਂ ਦੇਣੀਆਂ ਨਹੀਂ, ਜਾਂ ਜਿਹਨੇ ਤੁਹਾਡੀਆਂ ਸੈਲਰੀਆਂ ਚੱਕ ਕੇ ਬਣਾਈਆਂ ਉਹਨੇ ਤਾਂ ਦੇਣੀਆਂ ਨਹੀਂ ਹੈਗੀਆਂ। ਸੋ ਅਗਰ ਤੁਸੀਂ ਮੰਥਲੀ ਪੇਮੈਂਟਸ ਅਫੋਰਡ ਹੀ ਨਹੀਂ ਕਰ ਪਾ ਰਹੇ ਤਾਂ ਬਿਨਾਂ ਮਤਲਬ ਉਹ ਕਹਿੰਦੇ ਹੁੰਦੇ ਨਾ, ਜਿੰਨੀ ਚਾਦਰ ਉਨਾ ਪੈਰ ਪਸਾਰੋ, ਠੀਕ ਹੈ। ਤੁਸੀਂ ਥੋੜਾ ਖਾ ਲਓ ਪਰ ਹਾਂ ਐਟਲੀਸਟ ਅੱਛੀ ਜ਼ਿੰਦਗੀ ਬਤੀਤ ਕਰੋ। ਹਾਂਜੀ, ਅੱਜ ਜੀ ਅਸੀਂ ਤੁਹਾਡੀ ਮੁਲਾਕਾਤ ਕਰਵਾਈ ਗੁਰਲੀਨ ਕੌਰ ਜੀ ਦੇ ਨਾਲ, ਜੋ ਕਿ ਮੌਰਗੇਜ ਐਡਵਾਈਜ਼ਰ ਨੇ, ਇੰਸ਼ੋਰੈਂਸ ਤੇ ਫਾਈਨੈਂਸ਼ੀਅਲ ਕੰਡਕਟ ਅਥਾਰਟੀ ਰੈਗੂਲੇਟਰ ਨੇ। ਤੇ ਤੁਸੀਂ ਦੇਖਦੇ ਰਹੋ ਸਾਡਾ ਪ੍ਰਾਈਮ ਪੰਜਾਬੀ ਟੀਵੀ। ਤੇ ਅਸੀਂ ਗੁਰਲੀਨ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਚੈਨਲ ਨੂੰ ਟਾਈਮ ਦਿੱਤਾ। ਸੋ ਵੈਰੀ ਥੈਂਕ ਯੂ। ਸਤਿ ਸ਼੍ਰੀ ਅਕਾਲ।